क्वेश्चन नंबर 12 एक्स स्क्वेयर माइनस 5x प्लस 6 ਦਾ ਗੁਣਨਖੰਡੀਕਰਨ ਕਰੋ। ਇੰਗਲਿਸ਼ ਦੇ ਵਿੱਚ ਗੁਣਨਖੰਡੀਕਰਨ ਨੂੰ ਜੋ ਹੈ ਅਸੀਂ ਫੈਕਟਰਾਈਜੇਸ਼ਨ ਕਰਨਾ ਜੋ ਹੈ ਕਹਿੰਦੇ ਹਾਂ, ਠੀਕ ਹੈ। ਇਟ ਮੀਨਸ ਸਾਨੂੰ ਜੋ ਹੈ x ਸਕੁਅਰ ਮਾਈਨਸ 5x ਪਲਸ 6 ਦਾ ਫੈਕਟਰਾਈਜੇਸ਼ਨ ਜੋ ਹੈ ਕਰਨਾ ਹੈ। ਹਾਂਜੀ, ਸਾਡੇ ਕੋਲ ਸਵਾਲ ਹੈ x ਸਕੁਅਰ ਮਾਈਨਸ 5x ਪਲਸ 6 ਦਾ ਅਸੀਂ ਜੋ ਹੈ ਗੁਣਨਖੰਡੀਕਰਨ ਜਾਂ ਫੈਕਟਰਾਈਜੇਸ਼ਨ ਕਰਨਾ ਹੈ। ਇੱਥੇ ਨਾ ਮੈਂ ਇੱਕ ਵਰਡ ਯੂਜ਼ ਕਰਾਂਗਾ ਕੁਆਡਰੇਟਿਕ ਪੋਲੀਨੋਮੀਅਲ ਜਾਂ ਕੁਆਡਰੇਟਿਕ ਇਕੁਏਸ਼ਨ। ਇਕੁਏਸ਼ਨ ਅਸੀਂ ਨਹੀਂ ਯੂਜ਼ ਕਰ ਸਕਦੇ ਵਰਡ, ਕਿਉਂਕਿ ਇੱਥੇ ਇਕੁਅਲ ਟੂ ਦਾ ਸਾਈਨ ਜੋ ਹੈ ਨਹੀਂ ਲੱਗਿਆ ਹੋਇਆ ਹੈ, ਤਾਂ ਮੈਂ ਕੁਆਡਰੇਟਿਕ ਪੋਲੀਨੋਮੀਅਲ ਜੋ ਹੈ ਵਰਡ ਯੂਜ਼ ਕਰਾਂਗਾ। ਹੁਣ ਇਹ ਕੁਆਡਰੇਟਿਕ ਪੋਲੀਨੋਮੀਅਲ ਦਾ ਮੀਨਿੰਗ ਕੀ ਹੁੰਦਾ ਹੈ, ਦੇਖੋ ਇੱਥੇ ਨਾ ਜੋ x ਦੀ ਜੋ ਮੈਕਸਿਮਮ ਪਾਵਰ ਹੈ ਉਹ 2 ਹੈ, 2 ਹੈ। ਤਾਂ ਅਗਰ ਸਾਡੇ ਕੋਲ ਕੋਈ ਪੋਲੀਨੋਮੀਅਲ ਹੈ, ਜਿਵੇਂ ਕਿ ਇਹ ਸਾਰਾ ਜੋ ਹੈ ਇੱਕ ਪੋਲੀਨੋਮੀਅਲ ਹੈ, ਇਸ ਦੇ ਵਿੱਚ ਇੱਕ ਜੋ 6 ਹੈ ਉਹ ਜੋ ਹੈ ਇੱਕ ਨੰਬਰ ਹੈ, ਨਿਊਮੈਰੀਕਲ ਟਰਮ ਹੈ, ਅਤੇ ਬਾਕੀ ਜੋ x ਸਕੁਅਰ ਮਾਈਨਸ 5x ਹੈ ਇਹ ਜੋ ਹੈ ਵੇਰੀਏਬਲ ਵਾਲੀ ਜੋ ਹੈ ਟਰਮਸ ਹੈ। ਹਾਂਜੀ, ਤਾਂ ਇੱਥੇ x ਦੀ ਜੋ ਮੈਕਸਿਮਮ ਪਾਵਰ ਹੈ ਨਾ, ਜਿਸ ਨੂੰ ਕਿ ਪੰਜਾਬੀ ਦੇ ਵਿੱਚ ਘਾਤ ਵੀ ਕਿਹਾ ਜਾਂਦਾ ਹੈ, ਉਹ 2 ਹੈ, 2 ਹੈ। ਤਾਂ ਅਗਰ ਕਿਸੇ ਪੋਲੀਨੋਮੀਅਲ ਦੀ ਪਾਵਰ ਜੋ ਹੈ ਉਹ 2 ਹੁੰਦੀ ਹੈ, ਉਸ ਨੂੰ ਅਸੀਂ ਕੁਆਡਰੇਟਿਕ ਪੋਲੀਨੋਮੀਅਲ ਕਹਿੰਦੇ ਹਾਂ। ਹਾਂਜੀ, ਹੁਣ ਇਹ ਤਾਂ ਗੱਲ ਹੋ ਗਈ ਕੁਆਡਰੇਟਿਕ ਪੋਲੀਨੋਮੀਅਲ ਦੀ। ਹੁਣ ਅਸੀਂ ਜੋ ਜਨਰਲ ਜੋ ਫੋਰਮ ਹੁੰਦੀ ਹੈ ਕੁਆਡਰੇਟਿਕ ਪੋਲੀਨੋਮੀਅਲ ਦੀ, ਉਸ ਨੂੰ ਅਸੀਂ ਲਿਖਾਂਗੇ, ਫਿਰ ਉਸ ਤੋਂ ਬਾਅਦ ਅੱਗੇ ਅਸੀਂ ਜੋ ਹੈ ਇਸ ਕੁਐਸਚਨ ਨੂੰ ਸੋਲਵ ਕਰਾਂਗੇ। ਹਾਂਜੀ, ਜਨਰਲ ਫੋਰਮ ਕੀ ਹੁੰਦੀ ਹੈ, ax ਸਕੁਅਰ ਪਲਸ bx ਪਲਸ c। ਇਹ ਜੋ ਹੈ ਜਨਰਲ ਫੋਰਮ ਹੁੰਦੀ ਹੈ ਕੁਆਡਰੇਟਿਕ ਪੋਲੀਨੋਮੀਅਲ ਨੂੰ ਲਿਖਣ ਦੀ। ਹੁਣ ਅੱਗੇ ਅਸੀਂ ਕੀ ਕਰਨਾ ਹੈ, ਇਸ ਜਨਰਲ ਫੋਰਮ ਦੇ ਨਾਲ ਅਸੀਂ ਜੋ ਹੈ ਕੰਪੈਰੀਜ਼ਨ ਕਰਨਾ ਹੈ ਜੋ ਸਾਨੂੰ ਪੋਲੀਨੋਮੀਅਲ ਦੇ ਰੱਖਿਆ ਹੈ ਉਸ ਦਾ, ਯਾਨੀ ਕਿ x ਸਕੁਅਰ ਮਾਈਨਸ 5x ਪਲਸ c ਦਾ। ਦੇਖੋ x ਸਕੁਅਰ ਇੱਥੇ ਵੀ ਹੈ, x ਸਕੁਅਰ ਇੱਥੇ ਵੀ ਹੈ, ਠੀਕ ਹੈ। x ਏਰੀਆ, ਠੀਕ ਹੈ। c ਦੀ ਥਾਂ 'ਤੇ ਸਾਡੇ ਕੋਲ ਜੋ ਹੈ 6 ਹੈ। ਹਾਂਜੀ, ਹੁਣ ਦੇਖੋ ਮੈਂ ਅਗਰ ਇਹ ਪੁੱਛਾਂ ਵੀ x ਸਕੁਅਰ ਦੇ ਅੱਗੇ ਕੀ ਹੈ, ਅਗਰ ਕੁਛ ਨਹੀਂ ਹੈ ਤਾਂ 0 ਨਹੀਂ ਅਸੀਂ ਐਜ਼ਿਊਮ ਕਰਨਾ, ਇੱਥੇ 1 ਹੋਏਗਾ। ਇਟ ਮੀਨਸ ਅਗਰ ਅਸੀਂ ਕੰਪੈਰੀਜ਼ਨ ਕਰੀਏ ਦੋਵਾਂ ਨੂੰ ਤਾਂ ਇਸ ਵਾਲੇ a ਦੀ ਜੋ ਵੈਲਿਊ ਹੈ ਉਹ 1 ਹੋ ਗਈ। ਹਾਂਜੀ, ਹੁਣ ਇਸੇ ਤਰ੍ਹਾਂ ਅਸੀਂ b ਦਾ ਕੰਪੈਰੀਜ਼ਨ ਕਰਨਾ ਹੈ। ਦੇਖੋ b ਜੋ ਹੈ ਉਹ ਕਿੰਨਾ ਹੈ, ਤਾਂ b ਦੀ ਜੋ ਵੈਲਿਊ ਹੈ ਉਹ ਹੈ ਵਿਦ ਸਾਈਨ, ਅਗਰ ਅਸੀਂ ਨੋਟ ਡਾਊਨ ਕਰਦੇ ਹਾਂ ਤਾਂ b ਦੀ ਜੋ ਵੈਲਿਊ ਹੈ ਉਹ ਹੈ -5। ਹਾਂਜੀ, ਇਸ ਤੋਂ ਬਾਅਦ c ਜੋ ਹੈ ਉਹ 6 ਹੈ। ਆਈ ਹੋਪ ਕਿ ਇਹ ਜਨਰਲ ਜੋ ਕੁਆਡਰੇਟਿਕ ਪੋਲੀਨੋਮੀਅਲ ਦੇ ਨਾਲ ਕੰਪੈਰੀਜ਼ਨ ਅਸੀਂ ਕੀਤਾ ਹੈ ਔਰ ABC ਜੋ ਅਸੀਂ ਫਾਈਂਡ ਆਊਟ ਕੀਤੇ ਹੈ, ਇਹ ਤੁਹਾਨੂੰ ਸਮਝ ਆ ਗਿਆ ਹੋਣਾ ਹੈ। ਇਸ ਨੂੰ ਨੋਟ ਡਾਊਨ ਕਰ ਲਓ, ਫਿਰ ਮੈਂ ਇਰੇਸ ਕਰਕੇ ਅੱਗੇ ਜੋ ਹੈ ਕੁਐਸਚਨ ਨੂੰ ਸੋਲਵ ਕਰਨਾ ਹੈ। ਹਾਂਜੀ, A ਦੀ ਵੈਲਿਊ ਸਾਡੇ ਕੋਲ ਹੈ 1, B ਦੀ ਵੈਲਿਊ ਹੈ -5, C ਦੀ ਵੈਲਿਊ ਹੈ 6। ਸਾਡੇ ਕੋਲ A ਜੋ ਹੈ 1 ਸੀ, B ਜੋ ਹੈ -5 ਸੀ, ਅਤੇ C ਜੋ ਹੈ ਉਹ 6 ਸੀ। ਹੁਣ ਅਸੀਂ ਕਰਨਾ ਕੀ ਹੈ, ਅਸੀਂ ਕਰਾਂਗੇ A ਡੋਟ C ਜਾਂ ਫਿਰ A ਮਲਟੀਪਲਾਈਡ ਬਾਏ C। ਇੱਥੇ ਮੈਂ ਮਲਟੀਪਲੀਕੇਸ਼ਨ ਦਾ ਸਾਈਨ ਲਿਖ ਦਿੰਦਾ ਹਾਂ। ਹਾਂਜੀ, A ਮਲਟੀਪਲਾਈਡ ਬਾਏ C। A ਜੋ ਹੈ ਕਿੰਨਾ ਸੀ ਸਾਡੇ ਕੋਲ 1, C ਜੋ ਹੈ ਕਿੰਨਾ ਸੀ 6, ਤਾਂ 1 ਨੂੰ 6 ਨਾਲ ਮਲਟੀਪਲਾਈ ਕਰਾਂਗੇ ਤਾਂ 6। ਆਈ ਹੋਪ ਕਿ ਇੰਨਾ ਜੋ ਹੈ ਤੁਹਾਨੂੰ ਸਮਝ ਆ ਗਿਆ ਹੋਣਾ ਹੈ। ਹਾਂਜੀ, ਇਸ ਤੋਂ ਬਾਅਦ ਕਰਨਾ ਕੀ ਹੈ, ਅਸੀਂ 6 ਦਾ ਅਸੀਂ LCM ਲਵਾਂਗੇ। ਇਹ ਤੁਹਾਨੂੰ ਆਉਂਦਾ ਹੀ ਹੋਣਾ ਹੈ। ਹਾਂਜੀ, 2 3 ਦਾ 6 ਹੋ ਗਿਆ, 3 1 ਦਾ 3 ਹੋ ਗਿਆ। ਹੁਣ ਨਾ ਜਿਹੜੇ ਇਹ ਦੋ ਫੈਕਟਰਸ ਆਏ ਹੈ ਇਹਨਾਂ ਨੂੰ ਨੋਟ ਡਾਊਨ ਕਰ ਲਓ, 2 ਔਰ 3, ਠੀਕ ਹੈ। ਇਹ ਇੰਪੋਰਟੈਂਟ ਹੈ 2 ਔਰ 3। ਹਾਂਜੀ, ਇਸ ਤੋਂ ਬਾਅਦ ਨੈਕਸਟ ਸਟੈਪ ਕੀ ਹੈ, ਨੈਕਸਟ ਸਟੈਪ ਦੇ ਵਿੱਚ ਅਸੀਂ ਕੀ ਕਰਨਾ ਹੈ,
ਇਸ ਨੂੰ ਦੇਖੋ -5x ਨੂੰ, -5x ਨੂੰ ਅਸੀਂ ਜੋ ਹੈ ਇਹਨਾਂ ਦੋ ਦਾ ਯਾਨੀ ਕਿ ਇਹਨਾਂ ਜਿਹੜੇ ਟੂ ਫੈਕਟਰਸ ਆਏ ਹੈ ਨਾ 2 ਔਰ 3, ਇਹਨਾਂ ਦਾ ਯੂਜ਼ ਕਰਕੇ ਅਸੀਂ -5x ਨੂੰ ਲਿਖਣਾ ਹੈ। ਦੇਖੋ ਅਗਰ ਮੈਂ 2 ਦੇ ਵਿੱਚ 3 ਨੂੰ ਐਡ ਕਰਾਂਗਾ ਤਾਂ ਹੀ ਜੋ ਹੈ 5 ਬਣੇਗਾ, ਇਹ ਤਾਂ ਮੰਨਦੇ ਹੋ। ਪਰ ਇੱਥੇ ਪ੍ਰੋਬਲਮ ਕੀ ਆ ਰਹੀ ਹੈ ਕਿ ਇੱਥੇ ਜੋ ਸਾਈਨ ਹੈ ਨਾ ਉਹ ਮਾਈਨਸ ਦਾ ਹੈ। ਸਾਈਨ ਮਾਈਨਸ ਦਾ ਹੋਣ ਕਰਕੇ ਸਾਨੂੰ ਜੋ ਹੈ ਮਾਈਨਸ ਦਾ 2 ਔਰ ਮਾਈਨਸ ਦਾ 3 ਦੋਵਾਂ ਦਾ ਮਤਲਬ ਜੋ 2 ਔਰ 3 ਹੈ ਦੋਵਾਂ ਦਾ ਸਾਈਨ ਜੋ ਹੈ ਉਹ ਮਾਈਨਸ ਦਾ ਲੈਣਾ ਪਏਗਾ। ਅਗਰ ਅਸੀਂ ਦੋਵਾਂ ਦਾ ਸਾਈਨ ਮਾਈਨਸ ਲਵਾਂਗੇ ਤਾਂ -2 ਔਰ -3 ਇਹ ਆਪਸ ਦੇ ਵਿੱਚ ਐਡ ਹੋ ਕੇ -5 ਹੋ ਜਾਣਗੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ ਵੀ ਸਾਈਨ ਜੋ ਹੈ ਅਸੀਂ 2 ਔਰ 3 ਦਾ ਮਾਈਨਸ ਕਿਉਂ ਲੈ ਰਹੇ ਹਾਂ। ਹਾਂਜੀ, x ਸਕੁਏਅਰ, ਇਸ ਤੋਂ ਬਾਅਦ ਮਾਈਨਸ ਦੇ 2 ਨਾਲ x ਜੋ ਹੈ ਨਾਲ ਜ਼ਰੂਰ ਲਗਾਉਣਾ ਹੈ ਕਿਉਂਕਿ 5 ਦੇ ਨਾਲ x ਲੱਗਿਆ ਹੋਇਆ ਹੈ। ਹਾਂਜੀ, ਇਸ ਤੋਂ ਬਾਅਦ ਮਾਈਨਸ ਦੇ 3x, ਇਹ ਮੈਂ -2x -3x ਕਿਵੇਂ ਲਿਖਿਆ ਹੈ ਇਹਨਾਂ ਨੂੰ ਜੋ ਹੈ ਯੂਜ਼ ਕਰਕੇ, ਠੀਕ ਹੈ। 6 ਦੇ ਜੋ ਫੈਕਟਰਸ ਆਏ ਹੈ ਨਾ 2 ਔਰ 3 ਉਹਨਾਂ ਦਾ ਯੂਜ਼ ਕਰਕੇ ਲਿਖਿਆ ਹੈ। ਮਾਈਨਸ ਦਾ ਸਾਈਨ ਆਉਣ ਦਾ ਕਾਰਨ ਇਹ ਹੈ ਵੀ 5 ਦੇ ਅੱਗੇ ਮਾਈਨਸ ਹੈ। ਅਗਰ ਅਸੀਂ ਹੁਣ ਇਹਨਾਂ ਦੋਵਾਂ ਨੂੰ ਐਡ ਕਰਾਂਗੇ -2x ਔਰ -3x ਨੂੰ, ਸਾਡੇ ਕੋਲ ਵਾਪਿਸ ਇਹ ਜੋ ਹੈ -5x ਆ ਜਾਏਗਾ ਨਾ, ਮੰਨਦੇ ਹੋ ਨਾ, ਠੀਕ ਹੈ। ਹਾਂਜੀ, ਨਾਲ ਇਹ +6 ਵੀ ਹੈ। ਹੁਣ ਅਸੀਂ ਇਸ ਨੂੰ ਜੋ ਹੈ ਸੋਲਵ ਕਰਾਂਗੇ। ਦੇਖੋ ਪਹਿਲਾਂ ਅਸੀਂ ਇਹਨਾਂ ਦੇ ਵਿੱਚੋਂ ਜੋ ਕਾਮਨ ਆ ਸਕਦਾ ਹੈ ਉਸ ਨੂੰ ਕਾਮਨ ਲੈ ਲਾਂਗੇ। x ਸਕੁਏਅਰ ਨੂੰ ਅਸੀਂ x ਮਲਟੀਪਲਾਈਡ ਬਾਈ x ਵੀ ਲਿਖ ਸਕਦੇ ਹਾਂ, ਅਤੇ ਅਗਰ ਇੱਕ x ਬਾਹਰ ਜਾਂਦਾ ਹੈ ਕਾਮਨ, ਦੇਖੋ ਹਾਂਜੀ x ਅਗਰ ਬਾਹਰ ਕਾਮਨ ਲੈਂਦੇ ਹਾਂ ਤਾਂ x ਸਕੁਏਅਰ ਦੀ ਥਾਂ 'ਤੇ ਬਚੇਗਾ x ਅਤੇ ਮਾਈਨਸ ਦੇ 2 ਐਜ਼ ਇਟ ਇਜ਼। ਇਹ ਵਾਲਾ x ਤਾਂ ਬਾਹਰ ਕਾਮਨ ਬ੍ਰੈਕਟ ਤੋਂ ਬਾਹਰ ਅਸੀਂ ਜੋ ਹੈ ਲਿਖ ਦਿੱਤਾ ਹੈ। ਹਾਂਜੀ, ਹੁਣ ਇਸ ਤੋਂ ਬਾਅਦ ਅਸੀਂ ਜੋ ਹੈ ਇਹਨਾਂ ਦੋਵਾਂ ਦੇ ਵਿੱਚੋਂ ਕਾਮਨ ਲੈਣਾ ਹੈ, ਅਤੇ ਕਾਮਨ ਲੈਂਦੇ ਹੋਏ ਅਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਵੀ ਸਾਡੀ ਜੋ ਦੂਜੀ ਬ੍ਰੈਕਟ ਹੈ ਉਹ ਵੀ ਜੋ ਹੈ ਪਹਿਲੀ ਵਾਲੀ x-2 ਵਰਗੀ ਹੀ ਜੋ ਹੈ ਬਣਨੀ ਚਾਹੀਦੀ ਹੈ। ਹਾਂਜੀ, ਹੁਣ ਅਸੀਂ ਮਾਈਨਸ ਦੇ 3 ਜੋ ਹੈ ਕਾਮਨ ਲਵਾਂਗੇ, ਅਤੇ ਬ੍ਰੈਕਟ ਦੇ ਵਿੱਚ ਦੇਖੋ ਇੱਥੋਂ -3 ਤਾਂ ਬਾਹਰ ਆ ਗਿਆ ਹੈ, ਠੀਕ ਹੈ। ਇਟ ਮੀਨਸ ਕਿ ਇੱਥੇ ਜੋ ਹੈ x ਰਹਿ ਗਿਆ। ਹੁਣ ਪਲੱਸ ਦੇ 6 ਦੇ ਵਿੱਚੋਂ ਅਗਰ ਅਸੀਂ ਮਾਈਨਸ ਦਾ 3 ਜੋ ਹੈ ਬਾਹਰ ਲੈਣਾ ਹੈ ਤਾਂ ਇੱਥੇ ਜੋ ਹੈ ਮਾਈਨਸ ਦਾ 2 ਰਹਿ ਜਾਏਗਾ। ਹਾਂਜੀ, ਅਗਰ ਕੁਝ ਬੱਚਿਆਂ ਨੂੰ ਇਹ ਸਮਝ ਨਹੀਂ ਆਇਆ ਹੈ ਤਾਂ ਮੈਂ ਜਸਟ ਇਹ ਦੱਸਦਾ ਵੀ 6 ਨੂੰ ਜੋ ਹੈ ਬਸ ਇਹ ਸਮਝ ਲਓ ਵੀ ਅਸੀਂ -3 ਦੇ ਨਾਲ ਡਿਵਾਈਡ ਕੀਤਾ ਹੈ, ਤਾਂ 3 2s ਤਾਂ 6 ਹੋ ਜਾਏਗਾ, ਅਤੇ ਨਾਲ ਜੋ ਮਾਈਨਸ ਦਾ ਸਾਈਨ ਹੈ ਉਹ ਜੋ ਹੈ ਉੱਪਰ ਚਲਾ ਜਾਏਗਾ, ਠੀਕ ਹੈ 2 ਦੇ ਨਾਲ। ਤਾਂ ਇਹੀ -2 ਜੋ ਹੈ ਮੈਂ ਇੱਥੇ ਲਿਖਿਆ ਹੈ। ਹਾਂਜੀ, ਫਿਰ ਤੋਂ ਹੁਣ ਦੇਖੋ ਜ਼ਰਾ ਇਹ ਵਾਲਾ ਜੋ x-2 ਹੈ ਇਹ 2 ਵਾਰੀ ਜੋ ਹੈ ਸਾਡੇ ਕੋਲ ਆ ਰਿਹਾ ਹੈ, ਤਾਂ ਇਸ ਨੂੰ ਜੋ ਹੈ ਅਸੀਂ ਕਾਮਨ ਲੈ ਸਕਦੇ ਹਾਂ ਬਾਹਰ, ਠੀਕ ਹੈ। x-2 ਜੋ ਹੈ ਕਾਮਨ ਆ ਜਾਏਗਾ। ਹਾਂਜੀ, ਹੁਣ x-2 ਤਾਂ ਕਾਮਨ ਅਸੀਂ ਬਾਹਰ ਲਿਖ ਲਿਆ ਹੈ, ਤਾਂ ਸਾਡੇ ਕੋਲ ਬਚਿਆ ਕੀ ਹੈ, ਤਾਂ ਇਹ ਵਾਲਾ x ਬਚਿਆ ਹੈ, ਇੱਕ ਇਹ ਵਾਲਾ -3 ਜੋ ਹੈ ਬਚਿਆ ਹੈ। ਤਾਂ ਇਸ ਨੂੰ ਜੋ ਹੈ ਅਸੀਂ ਲਿਖ ਦਿੰਦੇ ਹਾਂ ਜੀ x-3। ਹਾਂਜੀ, ਇਹ ਜੋ ਹੈ ਫਾਈਨਲ ਸਾਡਾ ਆਨਸਰ ਹੈ। ਉਹਨਾਂ ਨੇ ਸਾਨੂੰ ਕਿਹਾ ਸੀ ਵੀ ਜੋ x² -5x + 6 ਹੈ ਉਸ ਦਾ ਅਸੀਂ ਗੁਣਨਖੰਡੀਕਰਨ ਕਰਨਾ ਹੈ, ਯਾਨੀ ਕਿ ਫੈਕਟਰਾਈਜੇਸ਼ਨ ਕਰਨੀ ਹੈ। ਤਾਂ ਫੈਕਟਰਾਈਜੇਸ਼ਨ ਕਰਕੇ ਜੋ ਆਨਸਰ ਆਇਆ ਹੈ ਉਹ ਹੈ x-2 ਅਤੇ x-3। ਇਹ ਜੋ ਹੈ ਫੈਕਟਰਸ ਵੀ ਕਹਿ ਸਕਦੇ ਹੋ ਤੁਸੀਂ, x-2 ਅਤੇ x-3 ਜੋ ਹੈ ਉਹ x² -5x + 6 ਦੇ ਫੈਕਟਰਸ ਨੇ। ਅਗਰ ਕਿਸੇ ਨੂੰ ਕੋਈ ਸਟੈਪ ਨਹੀਂ ਸਮਝ ਆਇਆ ਹੈ ਤਾਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ। ਇਸ ਨੂੰ ਨੋਟ ਡਾਊਨ ਕਰ ਲਓ, ਇਹੀ ਜੋ ਹੈ ਸਾਡਾ ਫਾਈਨਲ ਆਨਸਰ ਹੈ x-2 ਅਤੇ x-3। ਇਸ ਤੋਂ ਬਾਅਦ ਫਿਰ ਅੱਗੇ ਕਰਦੇ ਹਾਂ। ਹਾਂਜੀ, ਇਹਨਾਂ ਨੇ ਸਾਨੂੰ ਕਿਹਾ ਹੈ ਵੀ
ਇਹ ਜੋ ਕੁਐਸਚਨ ਹੈ ਅਗਲੇ ਵਾਲਾ, ਇਹ ਜਾਂ ਦੇ ਵਿੱਚ ਦੇ ਰੱਖਿਆ ਹੈ, ਆਪਸ਼ਨ ਦੇ ਵਿੱਚ ਦੇ ਰੱਖਿਆ ਹੈ। ਜਾਂ ਤਾਂ ਅਸੀਂ ਗੁਣਨਖੰਡੀਕਰਨ ਵਾਲਾ ਜੋ ਕੁਐਸਚਨ ਸੀ ਉਹ ਕਰਨਾ ਹੈ, ਜਾਂ ਫਿਰ ਅਸੀਂ ਇਹ ਜੋ ਮਿਲਾਨ ਵਾਲਾ ਯਾਨੀ ਕਿ ਮੈਚਿੰਗ ਵਾਲਾ ਜੋ ਕੁਐਸਚਨ ਹੈ ਇਸ ਨੂੰ ਕਰਨਾ ਹੈ। ਠੀਕ ਹੈ, ਇਹ ਵੀ ਜੋ ਹੈ ਸਿੰਪਲ ਜਿਹਾ ਹੀ ਹੈ, ਮੈਂ ਦੱਸ ਦਿੰਦਾ ਹਾਂ ਕਿਵੇਂ ਕਰਨਾ ਹੈ। ਹਾਂਜੀ, ਮੈਂ ਨਾ ਪਹਿਲਾਂ ਮੈਚਿੰਗ ਕਰਵਾ ਰਿਹਾ ਹਾਂ ਤੁਹਾਨੂੰ, ਤਾਂ ਦੇਖ ਲੈਣਾ। ਠੀਕ ਹੈ, ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਸੋਲਵ ਕਰਕੇ ਕੁਐਸਚਨ ਜੋ ਹੈ ਕਰਵਾਉਣਾ ਹਾਂ। ਹਾਂਜੀ, ਜੋ ਪਹਿਲੇ ਵਾਲਾ ਹੈ x² - 2² ਇੱਥੇ ਜੋ ਹੈ a - b ਵਾਲਾ ਫਾਰਮੂਲਾ ਅਪਲਾਈ ਹੋਏਗਾ, ਤਾਂ ਪਹਿਲੇ ਦਾ ਜੋ C ਵਾਲਾ ਆਪਸ਼ਨ ਹੈ ਉਹ ਸਹੀ ਹੈ। ਸੈਕਿੰਡ ਹੈ x+2² ਇਸ ਨੂੰ ਜੋ ਹੈ ਅਸੀਂ ਦੇਖੋ ਪਾਵਰ ਦੇ ਵਿੱਚ 2 ਹੈ, ਤਾਂ ਇਸ ਨੂੰ x+2 ਨੂੰ ਅਸੀਂ 2 ਟਾਈਮਸ ਮਲਟੀਪਲੀਕੇਸ਼ਨ ਦੇ ਵਿੱਚ ਲਿਖ ਸਕਦੇ ਹਾਂ। ਅਗਲੇ ਵਾਲਾ ਹੈ ਜੀ 4x² - 4x, ਇਹਨਾਂ ਦੇ ਵਿੱਚੋਂ ਅਗਰ ਅਸੀਂ 4x ਕਾਮਨ ਲਵਾਂਗੇ ਤਾਂ ਅੰਦਰ ਬਚੇਗਾ x - 1। ਹਾਂਜੀ, ਨੈਕਸਟ ਹੈ ਜੀ 4x³ + 16x, ਇਹਦੇ ਵਿੱਚੋਂ ਅਗਰ ਅਸੀਂ 4x ਕਾਮਨ ਲੈਂਦੇ ਹਾਂ ਤਾਂ ਅੰਦਰ ਬਚੇਗਾ x² + 4। ਹਾਂਜੀ, ਇਹ ਜੋ ਆਨਸਰਸ ਹੈ ਇਹਨਾਂ ਨੂੰ ਨੋਟ ਡਾਊਨ ਕਰ ਲਓ, ਫਿਰ ਜੋ ਹੈ ਮੈਂ ਤੁਹਾਨੂੰ ਇਸ ਨੂੰ ਜੋ ਹੈ ਸੋਲਵ ਕਰਕੇ ਦਿਖਾਉਣਾ। ਹਾਂਜੀ, ਸਾਡੇ ਕੋਲ ਜੋ ਪਹਿਲੇ ਵਾਲਾ ਹੈ ਉਹਦੇ ਵਿੱਚ ਹੈ x² - 2²। ਦੇਖੋ ਇੱਥੇ ਨਾ ਅਸੀਂ ਜੋ ਆਈਡੈਂਟੀਟੀ ਜਾਂ ਫਾਰਮੂਲਾ ਕਹਿ ਲਓ ਜੋ ਯੂਜ਼ ਕਰਨਾ ਹੈ ਉਹ ਹੈ a² - b²। ਤਾਂ ਇਹਦਾ ਮਤਲਬ ਇਸ ਆਈਡੈਂਟੀਟੀ ਦਾ ਜੋ ਅੱਗੇ ਫਾਰਮੂਲਾ ਹੈ ਉਹ ਕੀ ਹੁੰਦਾ ਹੈ a - b ਤੇ a + b। ਇੱਥੇ ਸਾਡੇ ਕੋਲ a ਦੀ ਥਾਂ ਤੇ x ਹੈ ਤੇ b ਦੀ ਥਾਂ ਤੇ ਸਾਡੇ ਕੋਲ ਜੋ ਹੈ 2 ਹੈ। ਤਾਂ ਇਸੀ ਫਾਰਮੂਲੇ ਦੇ ਅਕੋਰਡਿੰਗ ਅਗਰ ਅਸੀਂ ਚੱਲਾਂਗੇ ਤਾਂ a ਦੀ ਥਾਂ ਤੇ ਅਸੀਂ ਲਿਖਾਂਗੇ, ਪਹਿਲਾਂ ਨਾ ਇੱਧਰ ਲਿਖ ਲੈਂਦੇ ਹਾਂ x² - 2² = ਹਾਂਜੀ, a ਦੀ ਥਾਂ ਤੇ ਸਾਡੇ ਕੋਲ x ਹੈ, a ਆ ਗਿਆ x। ਹਾਂਜੀ, ਇਸ ਤੋਂ ਬਾਅਦ ਸਾਡੇ ਕੋਲ ਜੋ ਹੈ ਮਾਈਨਸ ਦਾ ਸਾਈਨ ਹੈ। ਫਿਰ b ਦੀ ਥਾਂ ਤੇ ਸਾਡੇ ਕੋਲ ਜੋ ਹੈ 2 ਹੈ। ਫਿਰ a ਦੀ ਥਾਂ ਤੇ ਸਾਡੇ ਕੋਲ ਜੋ ਹੈ x ਹੈ ਤੇ b ਦੀ ਥਾਂ ਤੇ ਸਾਡੇ ਕੋਲ ਜੋ ਹੈ 2 ਹੈ। ਹਾਂਜੀ, x - 2 x + 2 ਜੋ ਹੈ ਇਸ ਦਾ ਆਨਸਰ ਹੈ। ਨੈਕਸਟ ਹੈ x+2 ਦਾ ਹੋਲ ਸਕੁਏਅਰ। x+2 ਦਾ ਹੋਲ ਸਕੁਏਅਰ। ਦੇਖੋ ਅਗਰ ਸਾਡੇ ਕੋਲ ਇਸ ਤਰ੍ਹਾਂ ਹੁੰਦਾ 5 ਦਾ ਸਕੁਏਅਰ, ਇਸ ਨੂੰ ਆਪਾਂ ਸੋਲਵ ਕਿਵੇਂ ਕਰਦੇ ਹਾਂ? 5 ਨੂੰ 2 ਟਾਈਮਸ ਮਲਟੀਪਲਾਈ ਕਰਕੇ ਸੋਲਵ ਕਰਦੇ ਹਾਂ ਨਾ, 5 5 25 ਹੋ ਜਾਂਦਾ ਹੈ। ਠੀਕ ਹੈ, ਇਸੇ ਤਰ੍ਹਾਂ ਅਗਰ ਸਾਡੇ ਕੋਲ x+2 ਦਾ ਹੋਲ ਸਕੁਏਅਰ ਹੈ ਤਾਂ ਇਸ ਨੂੰ ਅਸੀਂ ਲਿਖ ਸਕਦੇ ਹਾਂ ਇੱਕ ਮਿੰਟ ਜ਼ਰਾ, ਹਾਂਜੀ x+2 ਮਲਟੀਪਲਾਈਡ ਬਾਈ, ਮਲਟੀਪਲੀਕੇਸ਼ਨ ਦਾ ਸਾਈਨ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ, ਅਗਰ ਕੋਈ ਸਾਈਨ ਨਾ ਹੋਏ ਤਾਂ ਐਜ਼ਿਊਮ ਹੋ ਜਾਂਦਾ ਵੀ ਉੱਥੇ ਮਲਟੀਪਲੀਕੇਸ਼ਨ ਦਾ ਸਾਈਨ ਹੈ। ਤਾਂ x+2 ਤੇ ਅਗਲੀ ਵਾਲੀ ਬ੍ਰੈਕਟ ਦੇ ਵਿੱਚ ਵੀ x+2, ਇਹਨਾਂ ਦੇ ਵਿਚਕਾਰ ਮਲਟੀਪਲੀਕੇਸ਼ਨ ਦਾ ਸਾਈਨ ਜੋ ਹੈ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ, ਕਿਉਂਕਿ ਅਗਰ ਕੋਈ ਸਾਈਨ ਨਹੀਂ ਹੁੰਦਾ ਤਾਂ ਉੱਥੇ ਐਜ਼ਿਊਮ ਹੋ ਜਾਂਦਾ ਹੈ ਵੀ ਮਲਟੀਪਲੀਕੇਸ਼ਨ ਦਾ ਹੀ ਸਾਈਨ ਹੈ। ਨੈਕਸਟ ਹੈ 4x² - 4x। ਹਾਂਜੀ, 4x² - 4x। ਦੇਖੋ 4x² ਨੂੰ ਮੈਂ x ਮਲਟੀਪਲਾਈਡ ਬਾਈ x, ਇਹ ਜੋ ਹੈ ਮਲਟੀਪਲੀਕੇਸ਼ਨ ਦਾ ਸਾਈਨ ਹੈ, ਇਹ ਜੋ ਹੈ x ਦਾ ਸਾਈਨ ਹੈ, ਤਾਂ ਦੋਵਾਂ ਦੇ ਵਿੱਚ ਡਿਫਰੈਂਸ ਸਮਝ ਲੈਣਾ। ਮਲਟੀਪਲੀਕੇਸ਼ਨ ਦਾ ਸਾਈਨ ਵੱਖ ਹੈ ਤੇ x ਦਾ ਸਾਈਨ ਜੋ ਹੈ ਵੱਖਰਾ ਹੈ। ਠੀਕ ਹੈ, ਹਾਂਜੀ, ਮਾਈਨਸ ਦੇ 4x ਐਜ਼ ਇਟ ਇਜ਼। ਦੇਖੋ ਹੁਣ ਦੋਵਾਂ ਦੇ ਵਿੱਚ ਕਾਮਨ ਕੀ ਹੈ, ਇਸ ਦੇ ਵਿੱਚ ਤੇ ਇਸ ਦੇ ਵਿੱਚ। ਕਾਮਨ ਤੋਂ ਭਾਵ ਕੀ ਹੁੰਦਾ ਹੈ ਵੀ ਜੋ ਦੋਵਾਂ ਦੇ ਵਿੱਚ ਸਾਂਝਾ ਆ ਰਿਹਾ ਹੈ। ਠੀਕ ਹੈ,
ਇਹ ਵਾਲਾ 4 ਇੱਥੇ ਵੀ ਆ ਰਿਹਾ ਹੈ, ਇਹ ਵਾਲਾ 4 ਇੱਥੇ ਵੀ ਆ ਰਿਹਾ ਹੈ, ਇੱਕ x ਇੱਥੇ ਵੀ ਆ ਰਿਹਾ ਹੈ, ਇੱਕ x ਇੱਧਰ ਵੀ ਆ ਰਿਹਾ ਹੈ। ਠੀਕ ਹੈ, ਤਾਂ 4x ਅਸੀਂ ਜੋ ਹੈ ਕੋਮਨ ਲਵਾਂਗੇ। ਹਾਂਜੀ, 4x ਨੂੰ ਅਸੀਂ ਕੋਮਨ ਲਵਾਂਗੇ, ਬ੍ਰੈਕਿਟ ਇਹ ਵਾਲਾ x ਬਚ ਗਿਆ। ਠੀਕ ਹੈ, ਇਸ ਨੂੰ ਅਸੀਂ ਲਿਖਾਂਗੇ x, ਇਹ ਵਾਲਾ ਜੋ ਮਾਈਨਸ ਹੈ, ਠੀਕ ਹੈ, ਮਾਈਨਸ ਤੇ 4x। ਦੇਖੋ ਇਹ ਤਾਂ ਸਾਰਾ ਦਾ ਸਾਰਾ ਬਾਹਰ ਚਲਾ ਗਿਆ ਸੀ ਨਾ, ਹੈ। ਤੇ ਅਗਰ ਮੈਂ ਇਸ ਨੂੰ 1 ਦੇ ਨਾਲ ਮਲਟੀਪਲਾਈ ਕਰਦਾ, ਕੋਈ ਫਰਕ ਤਾਂ ਨਹੀਂ ਪੈਣ ਵਾਲਾ। ਠੀਕ ਹੈ, 4x ਨੂੰ ਅਗਰ ਮੈਂ 1 ਦੇ ਨਾਲ ਮਲਟੀਪਲਾਈ ਕਰਦਾ ਤਾਂ 4x ਤਾਂ ਬਾਹਰ ਚਲਾ ਗਿਆ ਹੈ, ਤਾਂ ਪਿੱਛੇ ਰਹਿ ਕੀ ਗਿਆ ਹੈ, 1 ਰਹਿ ਗਿਆ ਹੈ। ਠੀਕ ਹੈ, ਉਸ 1 ਨੂੰ ਅਸੀਂ ਇੱਥੇ ਲਿਖ ਦਾਂਗੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਠੀਕ ਹੈ, 4x ਬ੍ਰੈਕਿਟ ਦੇ ਵਿੱਚ x ਮਾਈਨਸ 1, ਇਹ ਜੋ ਹੈ ਫਾਈਨਲ ਇਸ ਦਾ ਜੋ ਹੈ ਆਂਸਰ ਹੈ। नेक्स्ट है 4x क्यूब प्लस 16x, 4x क्यूब प्लस 16x। हाँ जी, ਹੁਣ x ਦੀ ਪਾਵਰ ਜੋ ਹੈ ਉਹ 3 ਹੈ, ਤਾਂ ਮੈਂ x ਨੂੰ ਜੋ ਹੈ 3 ਟਾਈਮਸ ਮਲਟੀਪਲੀਕੇਸ਼ਨ ਦੇ ਵਿੱਚ ਲਿਖ ਸਕਦਾ ਹਾਂ। ਤੇ 16x ਨੂੰ ਮੈਂ 4 ਮਲਟੀਪਲਾਈਡ ਬਾਈ 4 ਮਲਟੀਪਲਾਈਡ ਬਾਈ x ਲਿਖ ਸਕਦਾ ਹਾਂ। ਠੀਕ ਹੈ, 4 4s ਦਾ 16 ਹੀ ਹੁੰਦਾ ਹੈ ਨਾ, 16 ਨੂੰ ਮੈਂ 4 4s ਦਾ ਮਤਲਬ ਲਿਖ ਲਿਆ ਹੈ। ਠੀਕ ਹੈ, 4 ਨੂੰ 2 ਟਾਈਮਸ ਮਲਟੀਪਲਾਈ ਕਰਕੇ ਲਿਖ ਲਿਆ ਹੈ। ਹਾਂਜੀ, ਹੁਣ ਦੇਖੋ ਇਸ ਦੇ ਵਿੱਚ ਤੇ ਇਸ ਦੇ ਵਿੱਚ ਕੋਮਨ ਕੀ ਆ ਰਿਹਾ ਹੈ। ਠੀਕ ਹੈ, ਕੋਮਨ ਯਾਨੀ ਕਿ ਸਾਂਝਾ ਕੀ ਆ ਰਿਹਾ ਹੈ। ਇੱਕ ਤਾਂ ਇਹ ਵਾਲਾ 4 ਜੋ ਹੈ ਉਹ ਦੋਵਾਂ ਦੇ ਵਿੱਚ ਕੋਮਨ ਹੈ। ਠੀਕ ਹੈ, ਹਾਂਜੀ, ਇਸ ਤੋਂ ਬਾਅਦ ਜੋ ਇਹ ਵਾਲਾ x ਹੈ ਔਰ ਇਹ ਵਾਲਾ x ਹੈ, ਠੀਕ ਹੈ, ਇਹ ਜੋ ਹੈ ਕੋਮਨ ਹੈ, ਯਾਨੀ ਕਿ 4x ਕੋਮਨ ਆ ਰਿਹਾ ਹੈ, ਉਸ ਨੂੰ ਅਸੀਂ ਬਾਹਰ ਲਿਖ ਸਕਦੇ ਹਾਂ। ਹਾਂਜੀ, 4x ਦੇਖੋ 4x ਤਾਂ ਬਾਹਰ ਚਲਾ ਗਿਆ ਹੈ, ਇੱਥੇ ਇਹ ਵਾਲਾ x ਔਰ ਇਹ ਵਾਲਾ x ਰਹਿ ਗਿਆ, ਯਾਨੀ ਕਿ x ਦੀ ਪਾਵਰ ਜੋ ਹੈ 2 ਜੋ ਹੈ ਉਹ ਅੰਦਰ ਰਹਿ ਗਈ ਹੈ। ਹਾਂਜੀ, ਪਲੱਸ ਇਸ ਤੋਂ ਬਾਅਦ ਦੇਖੋ 4 ਔਰ x ਇਹ ਤਾਂ ਬਾਹਰ ਚਲੇ ਗਏ। ਠੀਕ ਹੈ, ਤਾਂ ਰਹਿ ਕੀ ਗਿਆ ਹੈ, 4 ਰਹਿ ਗਿਆ ਹੈ। ਹਾਂਜੀ, ਇਹ ਜੋ ਹੈ ਫਾਈਨਲ ਆਂਸਰ ਹੈ ਇਸ ਦਾ। 4x ਬਾਹਰ ਹੈ ਕੋਮਨ, ਤੇ ਬ੍ਰੈਕਟ ਦੇ ਵਿੱਚ ਹੈ ਜੀ x ਸਕੁਏਅਰ ਪਲੱਸ 4। ਹਾਂਜੀ, ਇੱਕ ਵਾਰੀ ਫਿਰ ਜੋ ਹੈ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ ਹਾਂ ਮੈਚਿੰਗ। 4x ਸਕੁਏਅਰ ਮਾਈਨਸ 4x ਇਸ ਦਾ d ਹੈ, ਤੇ ਇਸ ਦਾ ਜੋ ਹੈ b ਹੈ। ਆਈ ਹੋਪ ਕਿ ਤੁਹਾਨੂੰ ਇਹ ਜੋ ਹੈ ਕੁਐਸਚਨ ਸਮਝ ਆ ਗਿਆ ਹੋਣਾ ਹੈ। ਕੁਐਸਚਨ ਨੰਬਰ 13 ਹੈ ਜੀ, ਹੇਠਾਂ ਦਿੱਤੀ ਸਾਰਣੀ ਦਾ ਗ੍ਰਾਫ ਬਣਾਓ। ਹਾਂਜੀ, ਹੁਣ ਸਾਨੂੰ ਜੋ ਹੈ ਗ੍ਰਾਫ ਬਣਾਉਣਾ ਹੈ, ਤੇ ਇਸ ਦੇ ਵਿੱਚ ਸਾਡੇ ਕੋਲ ਜੋ ਇਸ ਟੇਬਲ ਦੇ ਵਿੱਚ ਦੇ ਰੱਖਿਆ ਹੈ, ਸੇਬਾਂ ਦਾ ਭਾਰ ਕਿਲੋਗ੍ਰਾਮ ਵਿੱਚ ਤੇ ਮੁੱਲ ਯਾਨੀ ਕਿ ਪ੍ਰਾਈਸ ਦੇ ਰੱਖਿਆ ਹੈ ਰੁਪੀਜ਼ ਵਿੱਚ। ਠੀਕ ਹੈ, 1 ਕਿਲੋਗ੍ਰਾਮ ਸੇਬ ਦਾ ਜੋ ਪ੍ਰਾਈਸ ਹੈ ਉਹ 60 ਰੁਪਏ ਹੈ, 2 ਕਿਲੋਗ੍ਰਾਮ ਦਾ 120 ਰੁਪਏ, 5 ਕਿਲੋਗ੍ਰਾਮ ਦਾ 300 ਰੁਪਏ ਹੈ, 7 ਕਿਲੋਗ੍ਰਾਮ ਦਾ 420 ਰੁਪਏ ਅਤੇ 10 ਕਿਲੋਗ੍ਰਾਮ ਦਾ 600 ਰੁਪਏ ਹੈ। ਸਾਨੂੰ ਇਸ ਕੁਐਸਚਨ ਦੇ ਵਿੱਚ ਦੱਸਣਾ ਕੀ ਹੈ, ਗ੍ਰਾਫ ਤੋਂ 6 ਕਿਲੋਗ੍ਰਾਮ ਅਤੇ 8 ਕਿਲੋਗ੍ਰਾਮ ਸੇਬਾਂ ਦਾ ਮੁੱਲ ਪਤਾ ਕਰੋ। ਵੀ ਸਾਨੂੰ ਜੋ ਹੈ 6 ਕਿਲੋਗ੍ਰਾਮ ਔਰ 8 ਕਿਲੋਗ੍ਰਾਮ ਜੋ ਐਪਲਸ ਦਾ ਜੋ ਪ੍ਰਾਈਸ ਹੈ, ਠੀਕ ਹੈ, ਸੇਬਾਂ ਦਾ ਜੋ ਮੁੱਲ ਹੈ ਉਹ ਜੋ ਹੈ ਗ੍ਰਾਫ ਬਣਾ ਕੇ ਜੋ ਹੈ ਸਾਨੂੰ ਪਤਾ ਕਰਨਾ ਹੈ, ਯਾਨੀ ਕਿ ਫਾइंड आउट ਕਰਨਾ ਹੈ। ਹਾਂਜੀ, ਗ੍ਰਾਫ ਦੇਖੋ ਤੁਸੀਂ ਦੇਖਿਆ ਹੋਣਾ ਹੈ, ਇਹ ਗ੍ਰਾਫ ਉਸ ਕੁਐਸਚਨ ਦਾ ਨਹੀਂ ਹੈ, ਮੈਂ ਜਸਟ ਤੁਹਾਨੂੰ ਦਿਖਾ ਰਿਹਾ ਵੀ ਗ੍ਰਾਫ ਜੋ ਹੈ ਇਸ ਤਰ੍ਹਾਂ ਦਾ ਹੁੰਦਾ ਹੈ। ਗ੍ਰਾਫ ਪੇਪਰ, ਇਸ ਦੇ ਉੱਪਰ ਇਹ ਗ੍ਰੀਨ ਕਲਰ ਦੀ ਜੋ ਹੈ ਬਰੀਕ ਬਰੀਕ ਲਾਈਨਸ ਹੁੰਦੀਆਂ ਨੇ। ਠੀਕ ਹੈ, ਤੇ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ, ਦੇਖੋ ਸਿਰਫ ਇਸ ਵਾਲੇ ਬਾਕਸ ਨੂੰ ਜ਼ਰਾ ਧਿਆਨ ਨਾਲ ਦੇਖਣਾ।
हाँ जी, ਇਹ ਜੋ ਇੱਕ ਬਾਕਸ ਹੈ ਨਾ, ਇਸ ਦੇ ਵਿੱਚ ਬਾਰੀਕ ਬਾਰੀਕ ਜੋ ਗ੍ਰੀਨ ਜੋ ਲਾਈਨਸ ਹੁੰਦੀਆਂ ਨੇ ਉਹ 10 ਹੁੰਦੀਆਂ ਨੇ, ਯਾਨੀ ਕਿ 10 ਹੁੰਦੀਆਂ ਨੇ, ਠੀਕ ਹੈ। ਅਤੇ ਇਹ ਜੋ 1 ਬਾਕਸ ਹੁੰਦਾ ਹੈ ਉਸ ਨੂੰ ਅਸੀਂ, ਮੈਂ ਤੁਹਾਨੂੰ ਦਿਖਾਉਣਾ, ਦੇਖੋ ਇਸ 1 ਬਾਕਸ ਨੂੰ ਅਸੀਂ ਜੋ ਹੈ ਮਤਲਬ ਇਸ ਤਰ੍ਹਾਂ ਸਕੇਲ ਦੇ ਤੌਰ 'ਤੇ ਯੂਜ਼ ਕਰਦੇ ਹਾਂ। ਇੱਕ ਬਾਕਸ ਛੋੜ ਕੇ ਉਸ ਤੋਂ ਬਾਅਦ ਫਿਰ ਅਗਲੇ ਵਾਲਾ ਸਕੇਲ ਲਿਖਿਆ ਜਾਂਦਾ ਹੈ, ਫਿਰ ਇੱਕ ਬਾਕਸ ਛੋੜ ਕੇ ਅਗਲੇ ਵਾਲਾ ਸਕੇਲ ਲਿਖਿਆ ਜਾਂਦਾ ਹੈ, ਠੀਕ ਹੈ, ਫਿਰ ਅਗਲੇ ਵਾਲਾ ਸਕੇਲ ਲਿਖਿਆ ਜਾਂਦਾ ਹੈ। ਅਤੇ ਜੋ ਐਕਸਿਸ ਇਸ ਤਰ੍ਹਾਂ ਹੁੰਦੀ ਹੈ ਇਸ ਨੂੰ ਅਸੀਂ ਹੋਰੀਜ਼ੋਂਟਲ ਪੋਜੀਸ਼ਨ ਕਹਿੰਦੇ ਹਾਂ, ਠੀਕ ਹੈ। ਇਹ ਇੱਕ ਮਿੰਟ ਸਰ, ਇਹ ਵਾਲੀ ਜੋ ਪੋਜੀਸ਼ਨ ਹੁੰਦੀ ਹੈ ਨਾ, ਠੀਕ ਹੈ, ਜਿਸ ਤਰ੍ਹਾਂ ਇਹ ਵਾਲੀ ਐਕਸਿਸ ਹੈ, ਇਸ ਲਾਈਨ ਨੂੰ ਅਸੀਂ ਐਕਸ ਐਕਸਿਸ ਕਹਿੰਦੇ ਹਾਂ। ਇੱਥੇ ਜੋ ਐਕਸ ਲਿਖਿਆ ਹੋਇਆ ਹੈ ਨਾ, ਇਸ ਦੇ ਨਾਲ ਐਕਸਿਸ ਵੀ ਆਉਂਦਾ ਹੁੰਦਾ ਹੈ, ਐਕਸ ਐਕਸਿਸ, ਠੀਕ ਹੈ। ਅਤੇ ਜਿਹੜੀ ਲਾਈਨ ਜੋ ਹੈ ਇਸ ਤਰ੍ਹਾਂ ਵਰਟੀਕਲ ਪੋਜੀਸ਼ਨ 'ਚ ਹੁੰਦੀ ਹੈ ਉਸ ਨੂੰ ਅਸੀਂ ਵਾਈ ਐਕਸਿਸ ਕਹਿੰਦੇ ਹਾਂ। ਦੇਖ ਸਕਦੇ ਹੋ ਤੁਸੀਂ ਇੱਥੇ ਲਿਖਿਆ ਹੋਇਆ ਵਾਈ ਐਕਸਿਸ। ਅਤੇ ਸਾਨੂੰ ਜੋ ਇਹ ਦੋ ਚੀਜ਼ਾਂ ਦੇ ਰੱਖੀਆਂ ਸੀ ਨਾ, ਸੇਬਾਂ ਦਾ ਭਾਰ ਕਿਲੋਗ੍ਰਾਮ ਵਿੱਚ ਅਤੇ ਮੁੱਲ ਰੁਪੀਜ਼ ਵਿੱਚ, ਇਹਨਾਂ ਦੇ ਵਿੱਚੋਂ ਇੱਕ ਚੀਜ਼ ਨੂੰ ਅਸੀਂ ਜੋ ਹੈ ਐਕਸ ਐਕਸਿਸ 'ਤੇ ਲੈਂਦੇ ਹਾਂ, ਯਾਨੀ ਕਿ ਸੇਬਾਂ ਦਾ ਭਾਰ ਜਿਵੇਂ ਕਿਲੋਗ੍ਰਾਮ ਦੇ ਵਿੱਚ ਹੋ ਗਿਆ ਉਸ ਨੂੰ ਅਸੀਂ ਐਕਸ ਐਕਸਿਸ 'ਤੇ ਲੈ ਲਾਂਗੇ, ਅਤੇ ਜੋ ਦੂਸਰੇ ਵਾਲਾ ਹੈ ਮੁੱਲ ਯਾਨੀ ਕਿ ਰੁਪੀਜ਼ ਦੇ ਵਿੱਚ ਉਸ ਨੂੰ ਅਸੀਂ ਵਾਈ ਐਕਸਿਸ 'ਤੇ ਲਵਾਂਗੇ, ਠੀਕ ਹੈ। ਹਾਂਜੀ, ਇਹ ਵਾਲਾ ਜੋ ਹੈ ਗ੍ਰਾਫ ਹੈ ਉਸ ਕੁਐਸਚਨ ਦਾ। ਉਹਨਾਂ ਨੇ ਸਾਨੂੰ ਪਹਿਲਾਂ ਇਹ ਵਾਲਾ ਗ੍ਰਾਫ ਬਣਾਉਣ ਵਾਸਤੇ ਕਿਹਾ ਸੀ। ਦੇਖੋ ਮੈਂ ਤੁਹਾਨੂੰ ਇਹ ਗ੍ਰਾਫ ਜੋ ਬਣਾਉਣਾ ਹੈ ਉਸ ਦਾ ਥੋੜ੍ਹਾ ਬੇਸਿਕ ਪਹਿਲਾਂ ਦੱਸ ਦਾਂਗਾ ਵੀ ਗ੍ਰਾਫ ਨੂੰ ਜੋ ਹੈ ਕਿੱਦਾਂ ਬਣਾਈਦਾ ਹੁੰਦਾ ਹੈ, ਠੀਕ ਹੈ। ਅਤੇ ਸਕੇਲ ਜੋ ਹੈ ਕਿਵੇਂ ਅਸੀਂ ਜੋ ਹੈ ਲੈਣਾ ਹੁੰਦਾ ਹੈ। ਇੱਥੇ ਇਹਨਾਂ ਨੇ ਸਭ ਤੋਂ ਪਹਿਲਾਂ ਲਿਖ ਰੱਖਿਆ ਵੀ ਲੈਟ ਅਸ ਟੇਕ ਸੁਟੇਬਲ ਸਕੇਲ ਔਨ ਬੋਥ ਦਾ ਐਕਸਿਸ, ਵੀ ਦੋਵੇਂ ਜਿਹੜੀ ਐਕਸਿਸ ਨੇ ਐਕਸ ਐਕਸਿਸ ਔਰ ਵਾਈ ਐਕਸਿਸ ਉਹਨਾਂ ਦੇ ਉੱਪਰ ਜੋ ਹੈ ਇੱਕ ਸੁਟੇਬਲ ਸਕੇਲ ਲਓ। ਸੁਟੇਬਲ ਸਕੇਲ ਕੀ ਹੁੰਦਾ ਹੈ ਉਹ ਮੈਂ ਹੁਣੇ ਤੁਹਾਨੂੰ ਸਮਝਾ ਦਿੰਦਾ ਹਾਂ, ਠੀਕ ਹੈ। ਅਤੇ ਇਹਨਾਂ ਨੇ ਸੈਕਿੰਡ ਪੁਆਇੰਟ ਦੇ ਵਿੱਚ ਕਿਹਾ ਹੈ ਮਾਰਕ ਵੇਟ ਆਫ ਐਪਲਸ ਐਲੋਂਗ ਐਕਸ ਐਕਸਿਸ, ਵੀ ਜਿਹੜਾ ਸੇਬਾਂ ਦਾ ਭਾਰ ਸੀ ਨਾ, ਠੀਕ ਹੈ, ਉਸਨੂੰ ਇਹਨਾਂ ਨੇ ਐਕਸ ਐਕਸਿਸ ਦੇ ਉੱਪਰ ਜੋ ਹੈ ਲਿੱਤਾ ਹੈ, ਅਤੇ ਜੋ ਐਪਲਸ ਦੀ ਜੋ ਕੋਸਟ ਸੀ ਯਾਨੀ ਕਿ ਜੋ ਐਪਲਸ ਦਾ ਜੋ ਮੁੱਲ ਸੀ, ਠੀਕ ਹੈ, ਸੇਬਾਂ ਦਾ, ਉਸਨੂੰ ਜੋ ਹੈ ਵਾਈ ਐਕਸਿਸ ਦੇ ਉੱਪਰ ਲਿੱਤਾ ਹੈ। ਹਾਂਜੀ, ਇਸ ਤੋਂ ਬਾਅਦ ਦੇਖੋ, ਚਲੋ ਪਹਿਲਾਂ ਮੈਂ ਸਮਝਾ ਦਿੰਦਾ ਤੁਹਾਨੂੰ। ਹਾਂਜੀ, ਇਹ ਜੋ ਹੈ ਐਕਸ ਐਕਸਿਸ ਹੈ ਅਤੇ ਇਹ ਜੋ ਵਰਟੀਕਲ ਹੈ ਇਸ ਨੂੰ ਜੋ ਹੈ ਵਾਈ ਐਕਸਿਸ ਕਿਹਾ ਜਾਂਦਾ ਹੈ। ਐਕਸ ਐਕਸਿਸ ਦੇ ਉੱਪਰ ਦੇਖੋ ਵੈਸੇ ਤਾਂ ਥੋੜ੍ਹਾ ਜਿਹਾ ਪ੍ਰੋਪਰ ਨਜ਼ਰ ਨਹੀਂ ਆ ਰਿਹਾ ਹੈ, ਪਰ ਤਾਂ ਵੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਲਿਖਿਆ ਹੋਇਆ ਹੈ ਵੇਟ ਆਫ ਐਪਲਸ ਅਤੇ ਬ੍ਰੈਕਟ ਦੇ ਵਿੱਚ ਹੈ ਇਨ ਕਿਲੋਗ੍ਰਾਮ। ਇੱਥੇ ਤੁਸੀਂ ਪੰਜਾਬੀ ਮੀਡੀਅਮ ਵਾਲੇ ਬੱਚੇ ਸੇਬਾਂ ਦਾ ਭਾਰ ਕਿਲੋਗ੍ਰਾਮ ਦੇ ਵਿੱਚ ਉਹ ਜੋ ਹੈ ਲਿਖ ਸਕਦੇ ਹੋ, ਠੀਕ ਹੈ। ਅਤੇ ਇਵੇਂ ਜੋ ਹੈ ਇੱਕ ਐਰੋ ਦਾ ਸਾਈਨ ਜੋ ਹੈ ਬਣਾਉਣਾ ਹੁੰਦਾ ਹੈ। ਹਾਂਜੀ, ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਕੇਲ ਲਿਖੋ। ਸਕੇਲ ਦੇ ਵਿੱਚ ਅਸੀਂ ਕੀ ਲਿੱਤਾ ਹੈ, ਦੇਖੋ ਇਹ 0 ਹੈ। ਜਿਸ ਪੁਆਇੰਟ 'ਤੇ ਐਕਸ ਐਕਸਿਸ ਔਰ ਵਾਈ ਐਕਸਿਸ ਮਿਲਦੀਆਂ ਨੇ ਉਸਨੂੰ ਅਸੀਂ ਓਰੀਜਨ ਕਹਿੰਦੇ ਹਾਂ, ਅਤੇ ਇੱਥੋਂ ਦੀ 0 ਜੋ ਹੈ ਸਟਾਰਟ ਹੁੰਦੀ ਹੈ, ਠੀਕ ਹੈ। ਇਸ ਪੁਆਇੰਟ ਨੂੰ ਜੋ ਹੈ ਅਸੀਂ ਓਰੀਜਨ ਕਹਿੰਦੇ ਹਾਂ, ਓਰੀਜਨ, ORIGIN। ਓਰੀਜਨ ਤੋਂ ਭਾਵ ਕੀ ਹੁੰਦਾ ਹੈ ਵੀ ਜਿੱਥੋਂ ਦੀ ਐਕਸ ਐਕਸਿਸ ਔਰ ਵਾਈ ਐਕਸਿਸ ਸ਼ੁਰੂ ਹੋ ਰਹੀਆਂ ਨੇ। ਦੇਖੋ ਇਸੀ ਪੁਆਇੰਟ ਤੋਂ ਜੋ ਹੈ, ਹਾਂਜੀ, ਇसी पॉइंट तो जो है एक्स एक्सिस शुरू हो रही है और इसी पॉइंट तो जो है वाई एक्सिस शुरू हो रही है। तो इत्थे जो है एक्स एक्सिस और वाई एक्सिस जो है दोवें जो है वो 0 और 0 होंदियां ने ओरीजन ते। इस तो बाद नोट डाउन करो 0 तो बाद एक्स एक्सिस ते असी 1 ते जा रहे हैं, फिर 1 तो बाद 2 है, फिर 3 है, फिर 4 है, फिर 5 6 7, इस तरह कर करके 8 9 10 तक जो है काउंटिंग लिखी हुई है। ये लास्ट देख सकते हो 10 है। हुण गल ये आंदी है भी जो ये 10 है, पहला एक चीज़ होर देख लो भी जो एक बॉक्स है ना, मैं तुहानू हुणे 1 बॉक्स दिखाया सी, जस्ट 1 मिनट। हाँ जी, ये वाला जो है
ਇੱਕ ਬਾਕਸ ਹੈ। ਤੁਸੀਂ ਆਪਣਾ ਗ੍ਰਾਫ ਪੇਪਰ ਲੈ ਕੇ ਆਓਗੇ ਨਾ ਤਾਂ ਉਸ 'ਚ ਸਾਫ਼ ਤੁਹਾਨੂੰ ਨਜ਼ਰ ਆ ਜਾਏਗਾ। ਇੱਥੇ ਥੋੜ੍ਹਾ ਜਿਹਾ ਇਹ ਜੋ ਹੈ ਪ੍ਰੋਪਰ ਜੋ ਹੈ ਫਿਗਰ ਨਹੀਂ ਆਇਆ ਹੈ। ਹਾਂਜੀ, ਇਹ ਜੋ ਹੈ ਦੂਜੇ ਵਾਲਾ ਬਾਕਸ ਹੈ, ਇਹ ਤੀਜੇ ਵਾਲਾ ਬਾਕਸ ਹੈ। ਕਹਿਣ ਤੋਂ ਭਾਵ ਇਹ ਹੈ ਵੀ ਇੱਕ ਇੱਕ ਬਾਕਸ ਛੋੜ ਕੇ ਤੁਸੀਂ ਜੋ ਹੈ ਇਹ ਵਾਲੀ ਜੋ ਨੰਬਰਿੰਗ ਹੈ 1 2 3 4 5 6 7 8 9 10 ਐਕਸ ਐਕਸਿਸ ਦੇ ਉੱਪਰ ਜੋ ਹੈ ਕਰਨੀ ਹੈ। ਠੀਕ ਹੈ ਜੀ। ਅਤੇ ਇੱਥੇ ਸਕੇਲ ਲੈਣ ਵਾਸਤੇ ਉਹਨਾਂ ਨੇ ਕਿਹਾ ਸੀ ਨਾ, ਸਕੇਲ ਕੀ ਹੋਏਗਾ ਵੀ ਇੱਕ ਬਾਕਸ ਦੇ ਵਿੱਚ 10 ਜੋ ਹੈ ਬਾਰੀਕ ਗ੍ਰੀਨ ਕਲਰ ਦੀ ਲਾਈਨਸ ਹੁੰਦੀਆਂ ਨੇ। ਠੀਕ ਹੈ। ਅਤੇ ਅਸੀਂ ਇੱਥੇ ਐਕਸ ਐਕਸਿਸ ਦੇ ਉੱਪਰ ਕੀ ਲਿੱਤਾ ਹੈ, ਵੇਟ ਆਫ ਐਪਲਸ ਇਨ ਕਿਲੋਗ੍ਰਾਮ। ਇਟ ਮੀਨਸ ਕਿ 1 किलोग्राम जो वेट है ना वो 1 यूनिट ਦੇ ਇਕੁਅਲ ਹੈ। 1 किलोग्राम ਇਜ਼ ਇਕੁਅਲ ਟੂ 1 ਯੂਨਿਟ। ਇਹ ਸਕੇਲ ਹੈ ਔਨ ਐਕਸ ਐਕਸਿਸ। ਹੁਣ ਇੱਥੇ 1 किलोग्राम ਤੋਂ ਭਾਵ ਕੀ ਹੈ ਔਰ 1 ਯੂਨਿਟ ਤੋਂ ਭਾਵ ਕੀ ਹੈ। ਜਿਹੜਾ ਤਾਂ ਇਹ ਵਾਲਾ ਜੋ ਬਾਕਸ ਹੈ, ਠੀਕ ਹੈ, ਜੋ ਬਾਕਸ ਹੈ ਜਿਹਦੇ ਵਿੱਚ 10 ਬਰੀਕ ਲਾਈਨਸ ਨੇ ਗ੍ਰੀਨ ਕਲਰ ਵਾਲੀਆਂ, ਉਹਨਾਂ ਨੂੰ ਮੈਂ 1 ਯੂਨਿਟ ਕਹਿ ਰਿਹਾ ਹਾਂ। ਯੂਨਿਟ ਯਾਨੀ ਕਿ 1 ਬਾਕਸ। ਠੀਕ ਹੈ। ਅਤੇ 1 किलोग्राम ਤੋਂ ਭਾਵ ਕੀ ਹੈ, ਜਿਹੜਾ ਇਹ ਵਾਲਾ ਨੰਬਰ ਅਸੀਂ ਲਿਖਿਆ ਹੈ, ਇਹ ਵਾਲਾ, ਜਿਵੇਂ ਅੱਗੇ 2 ਹੈ 3 ਹੈ, ਤਾਂ 1 किलोग्राम ਜੋ ਹੈ ਵੇਟ ਐਪਲਸ ਦਾ ਉਹ ਅੱਗੇ ਵੱਧ ਰਿਹਾ ਹੈ। 1 ਤੋਂ ਬਾਅਦ 2 ਹੈ, 2 ਤੋਂ ਬਾਅਦ 3 ਹੈ, 3 ਤੋਂ ਬਾਅਦ 4 ਹੈ। ਸਮਝ ਆ ਗਿਆ ਹੋਣਾ ਹੈ ਤੁਹਾਨੂੰ ਵੀ ਐਕਸ ਐਕਸਿਸ ਦੇ ਉੱਪਰ ਅਸੀਂ ਸਕੇਲ ਕੀ ਲਿਖਣਾ ਹੈ, 1 किलोग्राम ਆਫ ਐਪਲਸ ਇਜ਼ ਇਕੁਅਲ ਟੂ 1 ਯੂਨਿਟ। ਯੂਨਿਟ ਇੱਥੇ ਕੀ ਹੈ, ਜੋ ਬਰੀਕ ਯੂਨਿਟ ਇੱਥੇ ਕੀ ਹੈ, ਜੋ ਬਾਕਸ ਹੈ। ਠੀਕ ਹੈ, ਜਿਸ ਦੇ ਵਿੱਚ 10 ਬਰੀਕ ਲਾਈਨਸ ਨੇ ਗ੍ਰੀਨ ਕਲਰ ਵਾਲੀਆਂ। ਹੁਣ ਅਸੀਂ ਵਾਈ ਐਕਸਿਸ ਨੂੰ ਦੇਖ ਲੈਂਦੇ ਹਾਂ ਵੀ ਇਸ ਦੇ ਉੱਪਰ ਸਕੇਲ ਕਿਵੇਂ ਲੈਣਾ ਹੈ। ਦੇਖੋ, ਵਾਈ ਐਕਸਿਸ ਦੇ ਉੱਪਰ ਅਸੀਂ ਸਕੇਲ ਜੋ ਹੈ ਉਹ 1 2 3 ਵਾਲਾ ਨਹੀਂ ਲੈ ਸਕਦੇ। ਉਹਦਾ ਰੀਜ਼ਨ ਕੀ ਹੈ, ਇੱਥੇ ਅਸੀਂ ਗੱਲ ਕਰ ਰਹੇ ਹਾਂ ਕੋਸਟ ਆਫ ਐਪਲਸ ਦੀ ਇਨ ਰੁਪੀਜ਼, ਵੀ ਐਪਲਸ ਦਾ ਜੋ ਪ੍ਰਾਈਸ ਹੈ ਜਾਂ ਕੋਸਟ ਹੈ, ਮੁੱਲ ਹੈ, ਠੀਕ ਹੈ, ਉਹ ਰੁਪੀਜ਼ ਦੇ ਵਿੱਚ ਕਿੰਨਾ ਹੈ। ਤਾਂ ਦੇਖੋ ਨਾ, ਇੱਥੇ ਸਾਡਾ ਜੋ ਸਾਨੂੰ ਟੇਬਲ ਵਿੱਚ ਦੇ ਰੱਖਿਆ ਸੀ ਇਹਨਾਂ ਨੇ, ਹਾਂਜੀ ਦੇਖੋ, ਜੋ ਮੁੱਲ ਹੈ ਰੁਪੀਜ਼ ਦੇ ਵਿੱਚ ਉਹ ਹੈ 60 ਰੁਪਏ, 120 ਰੁਪਏ, 300 ਰੁਪਏ, 420 ਰੁਪਏ ਅਤੇ 600 ਰੁਪਏ। ਠੀਕ ਹੈ। 1 किलोग्राम ਦਾ 60 ਰੁਪਏ ਹੈ, 2 किलोग्राम ਦਾ 120 ਰੁਪਏ ਹੈ, 5 किलोग्राम ਦਾ 300 ਰੁਪਏ ਹੈ, 7 किलोग्राम ਦਾ 420 ਰੁਪਏ ਹੈ ਅਤੇ 10 किलोग्राम ਦਾ 600 ਰੁਪਏ ਹੈ। ਤਾਂ ਅਸੀਂ ਜੋ ਹੈ 1 2 3 ਵਾਲਾ ਸਕੇਲ ਯੂਜ਼ ਨਹੀਂ ਕਰ ਸਕਦੇ ਇੱਥੇ, ਕਿਉਂਕਿ ਸਾਡੇ ਕੋਲ ਜੋ ਵੈਲਿਊਜ਼ ਹੈ ਉਹ ਥੋੜ੍ਹੀ ਲਾਰਜ ਹੈ, ਵੱਡੀਆਂ ਨੇ। ਠੀਕ ਹੈ, 60 120 300 ਇਹ ਵਾਲੀ ਵੈਲਿਊਜ਼ ਨੇ। ਹਾਂਜੀ, ਤਾਂ ਫਿਰ ਹੁਣ ਇਸ ਕੇਸ ਦੇ ਵਿੱਚ ਅਸੀਂ ਸਕੇਲ ਕਿਵੇਂ ਲਵਾਂਗੇ। ਦੇਖੋ, ਇੱਕ ਗੱਲ ਨਾ ਇੱਥੇ ਨੋਟਿਸ ਕਰਨਾ, ਇਹ ਜਿੰਨੇ ਵੀ ਨੰਬਰ ਹੈ, ਦੇਖੋ, ਚਾਹੇ 60 ਹੈ, ਜਸਟ 1 ਮਿੰਟ, ਹਾਂਜੀ, ਚਾਹੇ 60 ਹੈ, 120 ਹੈ, 300 ਹੈ, 420 ਹੈ, 600 ਹੈ, ਇਹ ਸਾਰੇ ਦੇ ਸਾਰੇ ਜੋ ਹੈ 6 ਦੇ ਟੇਬਲ 'ਤੇ ਆ ਰਹੇ ਹੈ। ਦੇਖਣਾ, ਅਗਰ ਮੈਂ ਇਹਨਾਂ ਦੇ ਪਿੱਛੋਂ ਮਤਲਬ ਜੋ ਇਹਨਾਂ ਦੇ ਨਾਲ 0 ਲੱਗਿਆ ਹੋਇਆ ਹੈ ਉਸ ਨੂੰ ਹਟਾ ਦਾਂ, ਯਾਨੀ ਕਿ 6 ਕਰਦਾ, 12 ਕਰਦਾ, 30 ਕਰਦਾ, 42 ਕਰਦਾ ਔਰ 60 ਕਰਦਾ, ਸਾਰੇ ਹੀ ਨੰਬਰ ਉਹ ਹੈ ਜੋ 6 ਦੇ ਟੇਬਲ 'ਤੇ ਡਿਵਾਈਡ ਹੋ ਜਾਂਦੇ ਹੈ। 6 2 ਦਾ 12 ਹੋ ਗਿਆ, 6 5 ਦਾ 30 ਹੋ ਗਿਆ, 6 7 ਦਾ 42 ਹੋ ਗਿਆ, 6 10 ਦਾ 60 ਹੋ ਗਿਆ। ਤਾਂ ਅਸੀਂ ਜੋ ਹੈ ਸਕੇਲ ਲਵਾਂਗੇ ਉਹ ਵਾਲਾ ਜਿਸ ਦੇ ਵਿੱਚ 6 ਆ ਰਿਹਾ ਹੋਏ, ਯਾਨੀ ਕਿ ਦੇਖੋ ਇਹ ਸਾਰੇ ਜੋ ਹੈ 6 ਨਾਲ ਡਿਵਾਈਡ ਹੋ ਰਹੇ ਹੈ। ਸਮਝ ਆ ਗਿਆ ਨਾ ਤੁਹਾਨੂੰ। ਹੁਣ ਦੇਖੋ, ਇਹਨਾਂ ਸਭ ਦੇ ਨਾਲ ਜੋ ਹੈ 0 ਲੱਗਿਆ ਹੋਇਆ ਹੈ। ਇਟ ਮੀਨਸ ਕਿ ਮੈਂ 60 ਵਾਲਾ ਅਗਰ ਸਕੇਲ ਲਵਾਂਗਾ ਨਾ ਤਾਂ 62 ਦਾ 120 ਹੋ ਗਿਆ, 65 ਦਾ 300 ਹੋ ਗਿਆ, 67 ਦਾ 420 ਹੋ ਗਿਆ, 60 10 ਦਾ 600 ਹੋ ਗਿਆ। ਤਾਂ 60 ਨਾਲ ਇਹ ਸਾਰੇ ਜੋ ਹੈ ਡਿਵਾਈਡ ਹੋ ਰਹੇ ਹੈ। ਹਾਂਜੀ, ਅਸੀਂ ਵਾਈ ਐਕਸਿਸ ਦੇ ਉੱਪਰ ਜੋ ਇਹ ਸਕੇਲ ਜੋ ਲੈਣਾ ਹੈ, ਸਕੇਲ ਲੈਣ ਤੋਂ ਭਾਵ ਕੀ ਹੈ, ਮੈਂ ਤੁਹਾਨੂੰ ਨੰਬਰਿੰਗ ਦਿਖਾ ਦਿੰਦਾ ਹਾਂ। ਇਹ 60 ਹੈ, ਇਹ 120 ਹੈ, 60 60 ਤੁਸੀਂ ਅੱਗੇ ਐਡ ਕਰਨਾ ਹੈ। 120 ਤੋਂ ਬਾਅਦ ਕਿੰਨਾ ਆਉਂਦਾ ਹੈ, 180 ਐਡ ਕਰਨਾ ਹੈ। 60 ਐਡ ਕਰਦੇ ਜਾਓ, 180 ਤੋਂ ਬਾਅਦ ਕਿੰਨਾ ਆਏਗਾ, 240 ਆਏਗਾ। ਠੀਕ ਹੈ। ਅਗਰ ਤੁਹਾਨੂੰ 60 ਵਾਲਾ ਟੇਬਲ ਜੋ ਹੈ ਔਖਾ ਲੱਗ ਰਿਹਾ ਹੈ, 6 ਵਾਲਾ ਟੇਬਲ ਜੋ ਹੈ ਤੁਸੀਂ ਫੋਲੋ ਕਰ ਸਕਦੇ ਹੋ। ਜਸਟ ਉਹਦੇ ਨਾਲ ਜੋ ਹੈ 0 ਲਗਾਉਂਦੇ ਜਾਓ। 6 1 ਦਾ 6 ਹੋ ਗਿਆ, 6 2 ਦਾ 12 ਹੋ ਗਿਆ। ਠੀਕ ਹੈ,
ਤੇ ਨਾਲ 0 ਲਗਾ ਦੇਣਾ, 120 ਬਣਾ ਦੇਣਾ, ਠੀਕ ਹੈ। ਫਿਰ 6 3 ਦਾ 18 ਹੋ ਗਿਆ, 18 ਦਾ 0 ਲਗਾ ਕੇ 180 ਕਰ ਦਿਓ। ਫਿਰ 6 4 ਦਾ 24 ਹੋ ਗਿਆ, 0 ਲਗਾ ਕੇ 240 ਕਰ ਦਿਓ। ਤੇ 6 5 ਦਾ 30, 6 6 ਦਾ 360, 6 6 ਦਾ 36 ਹੁੰਦਾ ਹੈ, ਨਾਲ 0 ਲਗਾ ਕੇ 360 ਕਰ ਦੇਣਾ, ਠੀਕ ਹੈ। ਇਵੇਂ ਹੀ 42 48 54 ਤੇ ਲਾਸਟ 60 ਨਾਲ 0 ਲਗਾ ਕੇ 600, ਕਿਉਂਕਿ ਅਸੀਂ ਸਕੇਲ ਲੈ ਰਹੇ ਹਾਂ 60 ਵਾਲਾ, ਠੀਕ ਹੈ। ਹਾਂਜੀ, ਹੁਣ ਇੱਥੇ ਇੱਕ ਗੱਲ ਹੋਰ ਸਮਝ ਲਓ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਬਾਕਸ ਯਾਨੀ ਕਿ 1 ਯੂਨਿਟ ਇਹ ਵਾਲਾ, ਠੀਕ ਹੈ। ਇੱਕ ਬਾਕਸ ਜਿਹਦੇ ਵਿੱਚ 10 ਬਰੀਕ ਜੋ ਹੈ ਗ੍ਰੀਨ ਕਲਰ ਵਾਲੀ ਲਾਈਨਸ ਹੁੰਦੀਆਂ ਨੇ, ਉਸ ਨੂੰ ਅਸੀਂ 60 ਦੇ ਇਕੁਅਲ ਲਿੱਤਾ ਹੈ, ਠੀਕ ਹੈ। 60 ਦੇ ਤਾਂ ਸਕੇਲ ਅਸੀਂ ਕੀ ਲਿਖਾਂਗੇ, ਔਨ ਵਾਈ ਐਕਸਿਸ ਜੋ ਸਕੇਲ ਅਸੀਂ ਯੂਜ਼ ਕਰ ਰਹੇ ਹਾਂ ਉਹ ਹੈ 1 ਯੂਨਿਟ। ਯੂਨਿਟ ਇੱਥੇ ਕੀ ਹੈ, ਇੱਕ ਬਾਕਸ ਨੂੰ ਮੈਂ ਯੂਨਿਟ ਕਹਿ ਰਿਹਾ ਹਾਂ, ਠੀਕ ਹੈ। 1 ਯੂਨਿਟ ਇਜ਼ ਇਕੁਅਲ ਟੂ ₹60 ਵੀ ਇਹ ਜੋ ਬਾਕਸ ਹੈ ਨਾ ਇਹ ਵਾਲਾ, ਹਾਂਜੀ, ਇਹ 60 ਰੁਪਏ ਦੇ ਬਰਾਬਰ ਹੈ, ਠੀਕ ਹੈ। 60 ਰੁਪੀਜ਼ ਦੇ ਬਰਾਬਰ ਹੈ, ਤੇ 60 ਰੁਪੀਜ਼ ਕੀ ਹੈ, ਐਪਲਸ ਦੀ ਕੋਸਟ ਹੈ। ਹਾਂਜੀ, ਹੁਣ ਅਸੀਂ ਆਪਣੇ ਗ੍ਰਾਫ ਦੇ ਉੱਪਰ ਆਉਂਦੇ ਹਾਂ ਵੀ ਗ੍ਰਾਫ ਕਿਵੇਂ ਬਣਾਉਣਾ ਹੈ। ਦੇਖੋ ਪਹਿਲੇ ਵਾਲਾ ਜੋ ਨੰਬਰ ਸੀ ਨਾ ਸਾਡੇ ਕੋਲ, ਉਹ ਹੈਗਾ ਸੀ ਜੇ ਤੁਹਾਨੂੰ ਯਾਦ ਹੋਏ 1 ਔਰ 60। ਮੈਂ ਨਾ ਤੁਹਾਨੂੰ ਇੱਕ ਵਾਰੀ ਟੇਬਲ ਦਿਖਾ ਦਿੰਦਾ ਹਾਂ। ਹਾਂਜੀ, ਸਾਡੇ ਕੋਲ ਨਾ ਇਹ ਪੁਆਇੰਟਸ ਹੈ, ਇਹਨਾਂ ਦਾ ਯੂਜ਼ ਕਰਕੇ ਅਸੀਂ ਜੋ ਹੈ ਗ੍ਰਾਫ ਨੂੰ ਬਣਾਉਣਾ ਹੈ। ਤੇ ਜੋ ਸੇਬਾਂ ਦਾ ਭਾਰ ਹੈ ਯਾਨੀ ਕਿ 1 2 5 7 10 ਇਹ ਆਉਣਗੇ ਐਕਸ ਐਕਸਿਸ ਦੇ ਉੱਪਰ, ਜਿਵੇਂ ਕਿ ਅਸੀਂ ਲਿੱਤਾ ਹੈ, ਠੀਕ ਹੈ। ਤੇ 60 120 300 420 ਤੇ 600 ਇਹ ਆਉਣਗੇ ਵਾਈ ਐਕਸਿਸ ਦੇ ਉੱਪਰ। ਤੇ ਦੇਖੋ ਤੁਹਾਨੂੰ ਕੋਆਰਡੀਨੇਟਸ ਬਣਾਉਣੇ ਜੋ ਹੈ ਆਉਂਦੇ ਹੋਣੇ ਆ, ਠੀਕ ਹੈ, ਜਿਸ ਨੂੰ ਕਿ ਅਸੀਂ ਭੁਜ ਔਰ ਕੋਟੀ ਵੀ ਕਹਿੰਦੇ ਹਾਂ। ਭੁਜ ਕੀ ਹੁੰਦਾ ਹੈ, ਐਕਸ ਐਕਸਿਸ ਨੂੰ ਅਸੀਂ ਕਹਿੰਦੇ ਹਾਂ, ਠੀਕ ਹੈ। ਤਾਂ ਐਕਸ ਦੀ ਵੈਲਿਊ ਪਹਿਲੇ ਵਾਸਤੇ ਜੋ ਹੈ 1 ਹੈ ਔਰ ਵਾਈ ਦੀ ਵੈਲਿਊ ਜੋ ਹੈ 60 ਹੈ। ਹਾਂਜੀ, ਐਕਸ ਨੂੰ ਅਸੀਂ ਭੁਜ ਕਹਿੰਦੇ ਹਾਂ, ਠੀਕ ਹੈ, ਔਰ ਵਾਈ ਨੂੰ ਅਸੀਂ ਜੋ ਹੈ ਕੋਟੀ ਕਹਿੰਦੇ ਹਾਂ, ਠੀਕ ਹੈ, ਵਾਈ ਦਾ ਜੋ ਕੋਆਰਡੀਨੇਟ ਹੁੰਦਾ ਹੈ। ਇਵੇਂ ਹੀ ਅਗਲੇ ਵਾਲਾ ਹੋਏਗਾ 2 ਔਰ 120 ਦਾ, ਫਿਰ ਨੈਕਸਟ ਵਾਲਾ ਹੋਏਗਾ 5 ਔਰ 300 ਦਾ, ਤੇ ਅਗਲਾ ਜੋ ਹੈ 7 ਤੇ 420 ਦਾ ਹੈ। ਫਿਰ ਨੈਕਸਟ ਦੇ ਵਿੱਚ 10 ਔਰ 600 ਦਾ। ਇਵੇਂ ਇਹਨਾਂ ਦੇ ਪੇਅਰਸ ਬਣਾਵਾਂਗੇ ਐਕਸ ਔਰ ਵਾਈ ਦੇ, ਠੀਕ ਹੈ। ਐਕਸ ਜੋ ਹੈ 10 ਹੈ, ਵਾਈ ਜੋ ਹੈ 600 ਹੈ, ਐਕਸ ਜੋ ਹੈ 7 ਹੈ, ਵਾਈ ਜੋ ਹੈ 420 ਹੈ। ਹਾਂਜੀ, ਹੁਣ ਅਸੀਂ ਇਹਨਾਂ ਨੂੰ ਗ੍ਰਾਫ ਦੇ ਉੱਪਰ ਜੋ ਹੈ ਅਸੀਂ ਨੋਟ ਡਾਊਨ ਕਰਨਾ ਹੈ। ਤਾਂ ਗ੍ਰਾਫ ਦੇ ਉੱਪਰ ਮਾਰਕਿੰਗ ਕਰ ਲੈਂਦੇ ਹਾਂ ਜੀ। ਦੇਖੋ ਏਰੀਆ 1 ਤੇ ਏਰੀਆ 60, ਠੀਕ ਹੈ। ਐਕਸ ਐਕਸਿਸ ਦੇ ਉੱਪਰ 1 ਦੇਖੋ ਔਰ ਵਾਈ ਐਕਸਿਸ ਦੇ ਉੱਪਰ 60 ਦੇਖੋ। ਮੈਂ ਨਾ ਲਾਰਜ ਕਰਕੇ ਦਿਖਾ ਦਿੰਦਾ ਤੁਹਾਨੂੰ। ਹਾਂਜੀ, ਇਹ ਜੋ ਹੈ 1 ਹੈ, ਇਹ ਜੋ ਹੈ 1 ਹੈ ਔਰ ਇਹ ਜੋ ਹੈ 60 ਹੈ। ਹਾਂਜੀ, ਹੁਣ ਕਰਨਾ ਕੀ ਹੈ, ਅਸੀਂ ਜੋ ਇਹਨਾਂ ਦਾ ਇੱਕ ਸਾਂਝਾ ਜੋ ਪੁਆਇੰਟ ਹੁੰਦਾ ਹੈ ਨਾ, ਦੇਖੋ ਇੱਧਰ ਤੋਂ ਅਸੀਂ ਇਸ ਤਰ੍ਹਾਂ ਜਾਵਾਂਗੇ ਤੇ ਇਸ ਤਰਫ ਤੋਂ ਅਸੀਂ ਇਸ ਤਰ੍ਹਾਂ ਜਾਵਾਂਗੇ, ਤੇ ਜਿੱਥੇ ਇਹ ਦੋਵੇਂ ਮੀਟ ਕਰ ਰਹੇ ਹੈ, ਦੇਖੋ ਇਸ ਪੁਆਇੰਟ 'ਤੇ ਆ ਕੇ ਦੋਵੇਂ ਮੀਟ ਕਰਨਗੇ ਨਾ। ਮੈਂ ਕਲਰ ਚੇਂਜ ਕਰ ਲੈਂਦਾ ਹਾਂ ਕਿਉਂਕਿ ਪਹਿਲਾਂ ਹੀ ਇੱਥੇ ਜੋ ਹੈ ਕਲਰ ਦਾ ਜੋ ਕਲਰ ਹੈ ਉਹ ਰੈੱਡ ਵਾਲਾ ਹੈ, ਤਾਂ ਕਲਰ ਅਸੀਂ ਗ੍ਰੀਨ ਵਾਲਾ ਯੂਜ਼ ਕਰ ਲੈਂਦੇ ਹਾਂ। ਹਾਂਜੀ, ਇਹ ਵਾਲਾ ਜੋ ਪੁਆਇੰਟ ਹੈ, ਇਸ ਪੁਆਇੰਟ 'ਤੇ ਆ ਕੇ ਜੋ ਹੈ ਦੋਵੇਂ ਮੀਟ ਕਰਨਗੇ, ਠੀਕ ਹੈ, ਯਾਨੀ ਕਿ ਮਿਲਣਗੇ। ਤਾਂ ਇਸ ਨੂੰ ਜੋ ਹੈ ਮਾਰਕ ਕਰ ਲਓ। ਇਹ ਵਾਲਾ ਪੁਆਇੰਟ ਜੋ ਹੈ ਹੋ ਜਾਏਗਾ 1,60 ਦਾ। ਗ੍ਰੀਨ ਕਲਰ ਵੀ ਜੋ ਹੈ ਥੋੜ੍ਹਾ ਜਿਹਾ ਬਲੈਕ ਲੈ ਲੈਂਦੇ ਹਾਂ। ਹਾਂਜੀ, ਇਹ ਵਾਲਾ ਜੋ ਪੁਆਇੰਟ ਹੈ ਇਹ ਹੈ 1,60 ਦਾ। ਹੁਣ ਆ ਜਾਓ ਸੈਕਿੰਡ ਵਾਲਾ ਜੋ ਪੁਆਇੰਟ ਹੈ ਉਹ ਹੈ 2,120। ਤਾਂ ਇਹ ਹੈ 2 ਔਰ ਇਹ ਹੈ 120। ਹਾਂਜੀ, ਹੁਣ ਇੱਥੋਂ ਦੀ ਇੱਕ ਡੋਟਿਡ ਲਾਈਨ ਲਓ, ਸਕੇਲ ਦੇ ਨਾਲ ਲੈਣੀ ਹੈ ਤੁਸੀਂ, ਠੀਕ ਹੈ, ਡੋਟਿਡ ਲਾਈਨ। ਅਤੇ ਇੱਥੋਂ ਦੀ ਇੱਕ ਡੋਟਿਡ ਲਾਈਨ ਲਓ, ਠੀਕ ਹੈ, 2 ਤੋਂ ਔਰ 120 ਤੋਂ। ਦੇਖੋ ਇਸ ਪੁਆਇੰਟ 'ਤੇ ਆ ਕੇ ਜੋ ਹੈ
ਇਹ ਮੀਟ ਕਰੇਗੀ, ਮਤਲਬ ਦੋਵੇਂ ਲਾਈਨਸ ਜੋ ਹੈ ਆਪਸ ਦੇ ਵਿੱਚ ਆ ਕੇ ਕੱਟ ਕਰਨਗੀਆਂ ਜਾਂ ਮੀਟ ਕਰਨਗੀਆਂ, ਠੀਕ ਹੈ। ਤਾਂ ਇਹ ਵਾਲਾ ਜੋ ਪੁਆਇੰਟ ਹੈ ਇਹ ਹੋ ਜਾਏਗਾ 2,120 ਦਾ। ਇसी तरह ਅਸੀਂ ਜੋ ਹੈ 5 ਤੇ 300 ਵਾਲਾ ਪੁਆਇੰਟ ਲੈਣਾ ਹੈ ਅਗਲੇ ਵਾਲਾ। ਹਾਂਜੀ, ਇਹ ਹੈ 5 ਤੇ ਇਹ ਜੋ ਹੈ 300 ਹੈ। ਹਾਂਜੀ, ਡੋਟਿਡ ਲਾਈਨ ਲਗਾਵਾਂਗੇ ਤੇ ਇੱਕ ਡੋਟਿਡ ਲਾਈਨ ਅਸੀਂ 5 ਤੋਂ ਲਗਾਵਾਂਗੇ। ਤੁਸੀਂ ਜੋ ਹੈ ਸਕੇਲ ਦਾ ਯੂਜ਼ ਕਰਨਾ ਹੈ। ਹਾਂਜੀ, ਇੱਥੇ ਆ ਕੇ ਜੋ ਹੈ ਦੋਵੇਂ ਇੰਟਰਸੈਕਟ ਕਰ ਰਹੀਆਂ ਨੇ ਲਾਈਨਸ ਜਾਂ ਮੀਟ ਕਰ ਰਹੀਆਂ ਨੇ, ਤਾਂ ਇਹ ਵਾਲਾ ਪੁਆਇੰਟ ਜੋ ਹੈ ਹੋ ਜਾਏਗਾ 5,300 ਦਾ। x ਦੀ ਵੈਲਿਊ 5 ਹੈ ਔਰ y ਦੀ ਵੈਲਿਊ ਜੋ ਹੈ 300 ਹੈ ਇਸ ਪੁਆਇੰਟ ਦੇ ਉੱਪਰ ਆ ਕੇ। ਹਾਂਜੀ, ਨੈਕਸਟ ਸਾਡੇ ਕੋਲ ਹੈਗਾ ਸੀ 7 ਵਾਲਾ, ਠੀਕ ਹੈ। ਇਹ ਹੈ 7 ਔਰ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਹ 420 ਹੈ। ਤਾਂ ਇਹ ਦੇਖ ਸਕਦੇ ਹੋ ਡੋਟਿਡ ਲਾਈਨ ਜੋ ਹੈ ਜਾ ਰਹੀ ਹੈ। ਹਾਂਜੀ, ਤੇ ਇੱਕ ਡੋਟਿਡ ਲਾਈਨ ਇੱਥੋਂ 7 ਤੋਂ ਅਸੀਂ ਲੈਣੀ ਹੈ ਤੇ ਇਸ ਪੁਆਇੰਟ 'ਤੇ ਆ ਕੇ ਇਹ ਜੋ ਹੈ ਇੰਟਰਸੈਕਟ ਕਰਨਗੀਆਂ, ਮੀਟ ਕਰਨਗੀਆਂ। ਇੱਥੇ ਹੋ ਜਾਏਗਾ 7,420। ਹਾਂਜੀ, ਇਹ ਜੋ ਹੈ 4th ਪੁਆਇੰਟ ਅਸੀਂ ਮਾਰਕ ਕਰਤਾ ਹੈ। ਇਵੇਂ ਹੀ ਲਾਸਟ ਸਾਡੇ ਕੋਲ ਹੈ ਇਹ ਜੋ 10 ਹੈ, ਠੀਕ ਹੈ, ਤੇ ਇਹ 600 ਹੈ। ਹਾਂਜੀ, ਇਹ ਡੋਟਿਡ ਲਾਈਨ ਅਸੀਂ ਇੱਦਾਂ ਹੀ ਲੈ ਕੇ ਆਵਾਂਗੇ ਤੇ ਇੱਥੋਂ ਦੀ ਡੋਟਿਡ ਲਾਈਨ ਜੋ ਹੈ ਇਸ ਤਰ੍ਹਾਂ ਲਗਾਉਣੀ ਹੈ। ਸਕੇਲ ਦੇ ਨਾਲ ਬਿਲਕੁਲ ਸਟਰੇਟ ਲਗਾਉਣੀ ਹੈ ਤੁਸੀਂ। ਮੈਂ ਬਰਸ਼ ਦਾ ਯੂਜ਼ ਕਰ ਰਿਹਾ ਇਸ ਕਰਕੇ ਪ੍ਰੋਪਰ ਨਹੀਂ ਆ ਰਹੀ ਹੈ। ਹਾਂਜੀ, ਇਸ ਪੁਆਇੰਟ 'ਤੇ ਆ ਕੇ ਦੋਵੇਂ ਜੋ ਹੈ ਇੰਟਰਸੈਕਟ ਕਰਨਗੇ, ਮੀਟ ਕਰਨਗੇ, ਕੱਟ ਕਰਨਗੇ। ਤਾਂ ਇਸ ਨੂੰ ਅਸੀਂ ਨਾਮ ਦੇਵਾਂਗੇ 10। ਇਹ ਹੈ 10,600। ਹਾਂਜੀ, ਹੁਣ ਦੇਖੋ ਸਾਡੇ ਕੋਲ ਪੁਆਇੰਟਸ ਕਿਹੜੇ ਆਏ ਸੀ। ਇਹ ਸੀ 1, ਜ਼ਰਾ। ਹਾਂਜੀ, ਇੱਥੇ ਆਇਆ ਸੀ ਪਹਿਲਾ ਪੁਆਇੰਟ 1,60, ਫਿਰ ਆਇਆ ਸੀ 2,120, ਫਿਰ ਉਸ ਤੋਂ ਬਾਅਦ ਆਇਆ ਸੀ 5,300, ਫਿਰ ਆਇਆ ਸੀ 7,420। ਹੁਣ ਕਰਨਾ ਕੀ ਹੈ ਅਸੀਂ ਵੀ ਸਕੇਲ ਦੀ ਹੈਲਪ ਦੇ ਨਾਲ ਨਾ ਇਹਨਾਂ 5 ਪੁਆਇੰਟਸ ਨੂੰ ਜੁਆਇਨ ਕਰ ਦਿਓ। ਇਹ ਜੋ ਤੁਸੀਂ ਦੇਖ ਰਹੇ ਹੋ ਨਾ ਰੈਡ ਵਾਲੀ ਜੋ ਲਾਈਨ ਹੈ, ਠੀਕ ਹੈ, ਇਹ ਇਹਨਾਂ ਪੁਆਇੰਟਸ ਨੂੰ ਮਾਰਕ ਕਰਨ ਤੋਂ ਬਾਅਦ ਹੀ ਜੋ ਹੈ ਇਹ ਲਾਈਨ ਲੱਗੀ ਹੈ। ਇਹ ਇਸ ਤਰ੍ਹਾਂ ਕਰਕੇ ਨਾ ਸਕੇਲ ਦੇ ਨਾਲ ਅਸੀਂ ਜੋ ਹੈ ਇਹਨਾਂ 5 ਦੇ 5 ਪੁਆਇੰਟਸ ਨੂੰ ਜੁਆਇਨ ਕਰ ਦੇਣਾ ਹੈ। ਦੇਖੋ ਜਿਹੜੀ ਇਹ ਰੈਡ ਵਾਲੀ ਲਾਈਨ ਬਣੀ ਹੋਈ ਸੀ ਨਾ, ਇਹ ਜੋ ਹੈ ਇਹਨਾਂ ਪੁਆਇੰਟਸ ਨੂੰ ਜੋ ਹੈ ਜੁਆਇਨ ਕਰਕੇ ਹੀ ਬਣੀ ਸੀ, ਠੀਕ ਹੈ। ਜਿਸ ਦੇ ਉੱਪਰ ਮੈਂ ਹੁਣੇ ਇਹ ਬਲੈਕ ਕਲਰ ਵਾਲੀ ਜੋ ਹੈ ਲਾਈਨ ਲਗਾਈ ਹੈ, ਤਾਂ ਅਸੀਂ 5 ਪੁਆਇੰਟਸ ਨੂੰ ਜੁਆਇਨ ਕਰ ਦੇਣਾ ਹੈ। ਬਟ ਇਹ ਤਾਂ ਅਸੀਂ ਗ੍ਰਾਫ ਬਣਾ ਲਿਆ ਹੈ ਇਸ ਕੁਐਸਚਨ ਦਾ, ਪਰ ਸਾਡਾ ਕੁਐਸਚਨ ਇਹ ਨਹੀਂ ਹੈ। ਮਤਲਬ ਸਾਡਾ ਕੁਐਸਚਨ ਹਾਲੇ ਫਾਈਨਲ ਕੰਪਲੀਟ ਨਹੀਂ ਹੋਇਆ ਹੈ। ਸਾਡਾ ਫਾਈਨਲ ਕੁਐਸਚਨ ਕੀ ਸੀ ਵੀ ਉਹਨਾਂ ਨੇ ਸਾਨੂੰ ਕਿਹਾ ਹੈ ਹਾਂਜੀ, ਗ੍ਰਾਫ ਤੋਂ 6 ਕਿਲੋਗ੍ਰਾਮ ਅਤੇ 8 ਕਿਲੋਗ੍ਰਾਮ ਸੇਬਾਂ ਦਾ ਮੁੱਲ ਪਤਾ ਕਰੋ। ਵੀ ਇਸੀ ਗ੍ਰਾਫ ਨੂੰ ਦੇਖ ਕੇ ਨਾ ਹੁਣ ਅਸੀਂ 6 ਕਿਲੋਗ੍ਰਾਮ ਔਰ 8 ਕਿਲੋਗ੍ਰਾਮ ਜੋ ਮਤਲਬ ਸੇਬ ਨੇ ਨਾ, ਤਾਂ ਉਹਨਾਂ ਦਾ ਪ੍ਰਾਈਸ ਦੱਸਣਾ ਹੈ। ਜੋ ਵਜ਼ਨ ਹੈ ਜਾਂ ਭਾਰ ਹੈ ਸੇਬਾਂ ਦਾ, ਉਸ ਨੂੰ ਅਸੀਂ ਐਕਸ ਐਕਸਿਸ ਦੇ ਉੱਪਰ ਲੈ ਰਹੇ ਹਾਂ। ਤਾਂ ਦੇਖ ਲਓ ਇੱਥੇ ਉਹਨਾਂ ਨੇ ਸਾਨੂੰ 6 ਔਰ 8 ਇਹਨਾਂ ਦੇ ਵਾਸਤੇ ਪ੍ਰਾਈਸ ਕੈਲਕੂਲੇਟ ਕਰਨ ਵਾਸਤੇ ਦੱਸਿਆ, ਮਤਲਬ ਕਿਹਾ ਹੈ ਇਸ ਗ੍ਰਾਫ ਦੀ ਹੈਲਪ ਦੇ ਨਾਲ। ਪਹਿਲਾਂ 6 ਨੂੰ ਦੇਖਦੇ ਹਾਂ। ਇਹ ਰਿਹਾ 6, ਠੀਕ ਹੈ। ਹੁਣ ਇਸ ਵਾਲੇ 6 ਤੋਂ ਨਾ ਇੱਕ ਲਾਈਨ ਲੈ ਕੇ ਜਾਓ ਡੋਟਿਡ। ਹਾਂਜੀ, ਹੁਣ ਦੇਖੋ ਵੀ ਇਹ ਜੋ ਡੋਟਿਡ ਲਾਈਨ ਹੈ ਨਾ 6 ਤੋਂ, ਇਹ ਇਸ ਵਾਲੀ ਰੈੱਡ ਲਾਈਨ ਨੂੰ ਕਿੱਥੇ ਕੱਟ ਕਰ ਰਹੀ ਹੈ। ਇਹ ਜਸਟ 1 ਮਿੰਟ। ਹਾਂਜੀ, ਇਸ ਪੁਆਇੰਟ ਦੇ ਉੱਪਰ ਆ ਕੇ ਕੱਟ ਕਰ ਰਹੀ ਹੈ ਨਾ। ਤਾਂ ਤੁਸੀਂ ਕਰਨਾ ਕੀ ਹੈ, ਇਸ ਪੁਆਇੰਟ ਤੋਂ ਸਾਹਮਣੇ ਦੇਖੋ, ਇਹ ਬਿਲਕੁਲ ਇੱਧਰ ਵਾਈ ਐਕਸਿਸ ਦੇ ਉੱਪਰ। ਇੱਥੇ ਤੁਹਾਨੂੰ 300 ਇੱਕ ਮਿੰਟ ਜ਼ਰਾ 360 ਜੋ ਹੈ ਨਜ਼ਰ ਆ ਰਿਹਾ ਹੋਣਾ ਹੈ। 6 ਕਿਲੋਗ੍ਰਾਮ ਵਾਲੀ ਲਾਈਨ ਨੂੰ ਜਦੋਂ ਤੁਸੀਂ ਲੈ ਕੇ ਜਾਓਗੇ ਉੱਪਰ, ਠੀਕ ਹੈ, ਡੋਟਿਡ ਵਾਲੀ ਲਾਈਨ ਨੂੰ, ਤਾਂ ਜੋ ਇਹ ਵਾਲੀ ਰੈੱਡ ਇੱਕ ਮਿੰਟ ਜੋ ਇਹ ਰੈੱਡ ਕਲਰ ਵਾਲੀ ਜੋ ਲਾਈਨ ਹੈ ਨਾ, ਇਸ ਨੂੰ ਇਹ ਜਿੱਥੇ ਕੱਟ ਕਰੇਗੀ, ਇਸ ਪੁਆਇੰਟ ਦੇ ਉੱਪਰ ਜੋ ਹੈ ਇਹ ਕੱਟ ਕਰੇਗੀ। ਤਾਂ ਇਸ ਪੁਆਇੰਟ ਤੋਂ ਸਿੱਧਾ ਤੁਸੀਂ ਸਾਹਮਣੇ ਦੇਖਣਾ ਹੈ
ਤੁਹਾਨੂੰ ਜੋ ਹੈ ਇੱਥੇ 360 ਜੋ ਹੈ ਵੈਲਿਊ ਨਜ਼ਰ ਆਏਗੀ ਵਾਈ ਐਕਸਿਸ ਦੇ ਉੱਪਰ। ਇਟ ਮੀਨਸ ਕਿ 6 ਕਿਲੋਗ੍ਰਾਮ ਸੇਬਾਂ ਦਾ ਜੋ ਮੁੱਲ ਹੈ ਉਹ 360 ਰੁਪਏ ਹੈ। 6 ਕਿਲੋਗ੍ਰਾਮ ਜੋ ਐਪਲਸ ਦਾ ਜੋ weight ਹੈ ਉਸ ਦਾ ਜੋ ਪ੍ਰਾਈਸ ਹੈ ਉਹ 360 ਰੁਪੀਜ਼ ਹੈ। ਨੈਕਸਟ ਇਹਨਾਂ ਨੇ ਸਾਨੂੰ 8 ਕਿਲੋਗ੍ਰਾਮ ਵਾਸਤੇ ਕਿਹਾ ਸੀ, ਤਾਂ 8 ਜੋ ਹੈ ਇਹ ਹੈ, ਠੀਕ ਹੈ। ਸੇਮ ਇਹੀ ਪ੍ਰੋਸੀਜਰ ਤੁਸੀਂ ਫੋਲੋ ਕਰਨਾ ਹੈ, ਇੱਕ ਡੋਟਡ ਲਾਈਨ ਜੋ ਹੈ ਲੈ ਕੇ ਜਾਓ। ਹਾਂਜੀ, ਹੁਣ ਦੇਖੋ ਇਹ ਜੋ ਡੋਟਡ ਲਾਈਨ ਹੈ ਇਹ ਇਸ ਵਾਲੀ ਰੈਡ ਐਕਸਿਸ ਨੂੰ ਇਸ ਪੁਆਇੰਟ ਦੇ ਉੱਪਰ ਜੋ ਹੈ ਕੱਟ ਕਰ ਰਹੀ ਹੈ। ਤਾਂ ਇੱਥੋਂ ਦੀ ਅਸੀਂ ਸਾਹਮਣੇ ਦੇਖਾਂਗੇ, ਬਿਲਕੁਲ ਸਾਹਮਣੇ ਵਾਈ ਐਕਸਿਸ ਦੇ ਉੱਪਰ ਦੇਖੋ ਪ੍ਰਾਈਸ ਕਿੰਨਾ ਆ ਰਿਹਾ ਹੈ, 480 ਆ ਰਿਹਾ ਹੈ, ਠੀਕ ਹੈ, 480 ਰੁਪਏ 480। ਤਾਂ 8 ਕਿਲੋਗ੍ਰਾਮ ਵਾਸਤੇ ਅਸੀਂ ਜੋ ਹੈ ਜੋ ਪ੍ਰਾਈਸ ਹੈ ਉਹ ਨੋਟ ਡਾਊਨ ਕਰ ਲੈਣਾ ਹੈ, 480 ਰੁਪੀਜ਼। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਤਾਂ ਇਸ ਦੇ ਨਾਲ ਹੀ ਸਾਡਾ ਇਹ ਕੁਐਸਚਨ ਜੋ ਹੈ ਕੰਪਲੀਟ ਹੋ ਜਾਂਦਾ ਹੈ। 6 ਕਿਲੋਗ੍ਰਾਮ ਜੋ ਐਪਲਸ ਦਾ weight ਹੈ, 8 ਕਿਲੋਗ੍ਰਾਮ ਐਪਲਸ ਦਾ ਜੋ weight ਹੈ ਉਸ ਦਾ ਜੋ ਪ੍ਰਾਈਸ ਹੈ, ਇਸ ਗ੍ਰਾਫ ਦੀ ਹੈਲਪ ਦੇ ਨਾਲ ਅਸੀਂ ਉਸ ਨੂੰ ਜੋ ਹੈ ਕੈਲਕੂਲੇਟ ਕਰ ਲਿਆ ਹੈ। ਹਾਂਜੀ, ਦੇਖ ਸਕਦੇ ਹੋ ਤੁਸੀਂ ਆਨਸਰ ਵੀ ਜੋ ਹੈ ਇਹੀ ਹੈ। From graph we can see that cost of 6 kilogram of apples is rupees 360 and cost of 8 kilogram of apples is rupees 480। भी जो 6 किलोग्राम एप्पल्स ने उन्होंने जो कोस्ट है वो 360 रुपये है, और जो 8 किलोग्राम्स जो एप्पल्स ने उन्होंने जो कोस्ट है वो 480 यानी कि 480 रुपये है, ठीक है। अगर किसी को कोई क्वेश्चन नहीं समझ आया है तो मैनू कमेंट दे विच जरूर दस देना।